ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰਸ਼ਵਿੰਦਰ ਇੰਪੈਕਟ ਐਜੂਕੇਸ਼ਨ ਪਟਿਆਲਾ ਦੇ ਔਨਲਾਈਨ ਪਲੈਟਫਾਰਮ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋ ਆਪਾਂ ਜੋ ਡਿਸਕਸ ਕਰਨਾ, ਜਿਵੇਂ ਕਿ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਹੀ ਰਿਹਾ ਕਿ ਨੋਬਲ ਪ੍ਰਾਈਜ਼ 2022 ਦੇ ਕਰੰਟ ਅਫੇਅਰਸ ਦਾ ਬੇਸਿਕਲੀ ਟੌਪਿਕ ਹੈ। ਜਦੋਂ ਜਿਵੇਂ ਸੈਪਟੰਬਰ ਦੇ ਕਰੰਟ ਅਫੇਅਰਸ ਆਪਾਂ ਕਵਰ ਕੀਤੇ ਸੀ, ਤਾਂ ਅਕਤੂਬਰ ਦੇ ਕਰੰਟ ਅਫੇਅਰਸ ਦੇ ਵਿੱਚ ਯਾਨੀ ਕਿ ਨੋਬਲ ਪ੍ਰਾਈਜ਼ਸ ਦੇ ਵਿੱਚ ਇਹ ਸਾਰੇ ਟੌਪਿਕ ਸੀਗੇ। ਤਾਂ ਮੈਂ ਸੋਚਿਆ ਕਿ ਉਹ ਕਰੰਟ ਅਫੇਅਰ ਆਪਾਂ ਕਵਰ ਕਰਨ ਤੋਂ ਪਹਿਲਾਂ ਇਹਨੂੰ ਆਪਾਂ ਡਿਟੇਲ 'ਚ ਹੀ ਪੜ੍ਹ ਲਈਏ ਜਿਹੜੇ ਨੋਬਲ ਪ੍ਰਾਈਜ਼ ਨੇ, ਬਿਕੋਜ਼ ਨੋਬਲ ਪ੍ਰਾਈਜ਼ ਦੇ ਉੱਤੇ ਸਵਾਲ ਬਣਨੇ ਲਾਜ਼ਮੀ ਨੇ ਕਿਸੇ ਨਾ ਕਿਸੇ ਪੇਪਰ 'ਚ, ਚਾਹੇ ਉਹ PPSC ਕੰਡਕਟ ਕਰੇ ਚਾਹੇ PSSB। ਇਹਦੇ ਵਿੱਚ ਆਪਾਂ ਜੋ ਕਵਰ ਕਰਨ ਜਾ ਰਹੇ ਹਾਂ, ਖਾਸ ਗੱਲ ਕੀ ਹੈ ਕਿ 2022 ਦੇ ਵਿੱਚ ਜਿਹੜੇ ਕਰੰਟ ਅਫੇਅਰ, ਮਤਲਬ 2022 'ਚ ਜੋ ਵੀ ਉਪਲਬਧੀਆਂ ਇਹਨਾਂ ਬੰਦਿਆਂ ਨੇ ਜਿਹੜੇ ਨੋਬਲ ਪ੍ਰਾਈਜ਼ ਅਲੱਗ-ਅਲੱਗ ਫੀਲਡਾਂ 'ਚ ਜਿੱਤੇ ਨੇ, ਕਿਹੜੇ ਬੰਦੇ ਨੇ, ਕੀ ਉਹਨਾਂ ਦਾ ਕੰਮ ਸੀਗਾ ਜਿਹਦੇ ਪਿੱਛੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਇਹ ਤਾਂ ਮੈਂ ਡਿਸਕਸ ਕਰਾਂਗਾ। ਇਹਦੇ ਨਾਲ ਸਟੈਟਿਕ ਪੋਰਸ਼ਨ ਵੀ ਕਵਰ ਹੈ। ਮੈਂ ਇਸ ਲੈਕਚਰ ਦੇ ਵਿੱਚ ਸਟੈਟਿਕ ਪੋਰਸ਼ਨ ਵੀ ਕਵਰ ਕਰੂੰਗਾ ਕਿ ਕਦੋਂ ਸ਼ੁਰੂ ਹੋਇਆ ਨੋਬਲ ਪ੍ਰਾਈਜ਼, ਕਿਹਨੇ ਸ਼ੁਰੂ ਕੀਤਾ, ਕਿਹੜੇ ਫੀਲਡਾਂ 'ਚ ਦਿੱਤੇ ਜਾਂਦਾ, ਕੌਣ ਦਿੰਦਾ ਇਹਨੂੰ, ਹੈ ਨਾ, XYZ ਜੋ ਭਾਰਤ ਦੀਆਂ ਕੀ ਉਪਲਬਧੀਆਂ ਨੇ ਨੋਬਲ ਪ੍ਰਾਈਜ਼ 'ਚ। ਤਾਂ ਸਟੈਟਿਕ ਪਲੱਸ ਕਰੰਟ ਇੱਕ ਕੰਬਾਈਨਡ ਲੈਕਚਰ ਹੋਣ ਵਾਲਾ ਆਪਣਾ, ਅਤੇ ਮੈਂ ਕਹਿੰਦਾ ਕਿ ਆਉਣ ਵਾਲੇ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਲੈਕਚਰ ਰਹੇਗਾ। ਧਿਆਨ ਨਾਲ ਇਕੱਲੀ ਗੱਲ ਨੂੰ ਸੁਣਿਓ ਅਤੇ ਅੱਗੇ ਸ਼ੁਰੂ ਕਰਦੇ ਹਾਂ ਫਿਰ ਆਪਣੀ ਅੱਜ ਦੀ ਇਸ ਡਿਸਕਸ਼ਨ ਨੂੰ। ਲਓ ਜੀ, ਚੱਲਦੇ ਹਾਂ ਅੱਗੇ। ਸੋ ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਦਾ ਜੇ ਆਪਾਂ ਜ਼ਿਕਰ ਕਰੀਏ, ਦੇਖੋ ਨੋਬਲ ਪ੍ਰਾਈਜ਼ ਨੂੰ ਸ਼ੁਰੂ ਕਰਨ ਵਾਲਾ ਬੰਦਾ ਜਿਹਨੇ ਸੈਟਅਪ ਕੀਤਾ ਸੀ, ਤੁਸੀਂ ਕਹਿ ਸਕਦੇ ਹੋ ਕਿ ਇੱਕ ਕਾਰੋਬਾਰੀ ਸੀ ਜਾਂ ਬਿਜ਼ਨਸਮੈਨ ਸੀ, ਐਂਟਰਪ੍ਰੇਨੋਰ ਵੀ ਕਹਿ ਸਕਦੇ ਹੋ, ਜਿਹੜਾ ਉੱਦਮੀ ਕਹਿ ਸਕਦੇ ਹੋ, ਹੈ ਨਾ, ਜਿਹੜਾ ਵੀ ਨੌਕਰੀਆਂ ਖੁਦ ਪ੍ਰੋਡਿਊਸ ਕਰੇ, ਐਂਟਰਪ੍ਰੇਨੋਰ ਆਪਾਂ ਉਸ ਨੂੰ ਵੀ ਬੋਲਦੇ ਹਾਂ। ਨਾਮ ਸੀਗਾ ਐਲਫਰਡ ਨੋਬਲ। ਐਲਫਰਡ ਨੋਬਲ ਜਦੋਂ ਮਰ ਜਾਂਦਾ ਹੈ ਤਾਂ ਜੋ ਵੀ ਉਹਦੇ ਕੋਲੇ ਮਤਲਬ ਜਿੰਨੀ ਉਹਦੀ ਜਾਇਦਾਦ ਹੁੰਦੀ ਹੈ, ਉਹਨੂੰ ਉਹ ਇਹ ਕਹਿ ਕੇ ਛੱਡ ਕੇ ਜਾਂਦਾ ਹੈ ਵੀ ਹੁਣ ਜਿਹੜੀ ਮੇਰੀ ਇਹ ਜਾਇਦਾਦ ਜੇ ਬੈਂਕ 'ਚ ਕਿਤੇ ਵੀ ਪਈ ਹੈ, ਜਿੰਨਾ ਇਹਦਾ ਤੁਸੀਂ ਕਹਿ ਲਓ ਕਿ ਵਿਆਜ ਬਣੀ ਜਾਊਗਾ ਜਾਂ ਜਿੰਨਾ ਵੀ ਪੈਸਾ ਹੋਊਗਾ, ਇਹਦੇ 'ਤੇ ਤੁਸੀਂ ਨੇ ਵੱਖਰੇ ਫੀਲਡਾਂ 'ਚ, ਜਿਵੇਂ ਭੌਤਿਕ ਵਿਗਿਆਨ ਯਾਨੀ ਕਿ ਫਿਜ਼ਿਕਸ 'ਚ, ਰਸਾਇਣਿਕ ਵਿਗਿਆਨ ਕੈਮਿਸਟਰੀ ਦੇ ਵਿੱਚ, ਫਿਰ ਫਿਜ਼ੀਓਲੋਜੀ ਸਰੀਰ ਵਿਗਿਆਨ ਅਤੇ ਦਵਾਈਆਂ ਯਾਨੀ ਕਿ ਮੈਡੀਸਨ ਦੇ ਫੀਲਡ 'ਚ, ਸਾਹਿਤ ਦੇ ਫੀਲਡ ਦੇ ਵਿੱਚ, ਲਿਟਰੇਚਰ 'ਚ ਅਤੇ ਸ਼ਾਂਤੀ ਦੇ ਵਿੱਚ ਤੁਸੀਂ ਨੇ ਕੀ ਕਰਨੇ ਨੇ, ਮਤਲਬ ਇਨਾਮ ਦੇਣੇ ਨੇ, ਜਿਹੜੇ ਵੀ ਹਰ ਸਾਲ ਦੇ ਵਿੱਚ ਪਰਟੀਕੂਲਰ ਬੰਦਾ ਜਿਹੜਾ ਇਸ ਫੀਲਡ 'ਚ ਕੋਈ ਚੰਗਾ ਕੰਮ ਕਰੂਗਾ, ਕੋਈ ਚੰਗੀ ਖੋਜ ਕਰੂਗਾ। ਠੀਕ ਹੈ, ਹੁਣ ਇੱਥੇ ਖਾਸ ਗੱਲ ਨੋਟ ਕਰਨ ਵਾਲੀ ਇਹ ਗੱਲ ਹੈ ਕਿ ਜਿਹੜੀ ਇਕਨੋਮਿਕਸ ਹੈ, ਇਕਨੋਮਿਕਸ ਨੂੰ ਲੈ ਕੇ ਇਹਨੇ ਨਹੀਂ ਬੋਲਿਆ ਸੀ ਕਿ ਕੋਈ ਪ੍ਰਾਈਜ਼ ਦਿੱਤਾ ਜਾਵੇ। ਤਾਂ ਇਹ ਸਵਾਲ ਪਹਿਲਾਂ ਤਾਂ ਜਿਹੜਾ ਆਪਣੇ ਕੋਲ ਬਣਦਾ ਕਿ ਕਿਹੜੇ ਫੀਲਡ 'ਚ ਉਹਨੇ ਗੱਲ ਕੀਤੀ ਸੀਗੇ, ਜਾਂ ਇਹਨਾਂ ਦੇ ਵਿੱਚੋਂ ਕਿਹੜਾ ਫੀਲਡ ਹੈ ਜਿਹੜਾ ਉਹਨੇ ਨਹੀਂ ਪ੍ਰਾਈਜ਼ ਦੇਣ ਦੀ ਗੱਲ ਜਿਹਦੇ ਵਿੱਚ ਕੀਤੀ ਗਈ ਸੀ, ਤਾਂ ਉਹ ਇਕਨੋਮਿਕਸ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਨੇ ਧਿਆਨ 'ਚ ਰੱਖਣਾ। ਬੇਸਿਕਲੀ ਅਲਫਰੈਡ ਨੋਬਲ ਕਿਹਦੇ ਲਈ ਜਾਣਿਆ ਜਾਂਦਾ ਸੀ? ਇਹਨੇ ਡਾਇਨਾਮਾਈਟ ਤਾਂ ਸਮਝਦੇ ਹੋ ਨਾ, ਜਿਹਦੇ ਤੋਂ ਬਲਾਸਟ ਕਰ ਸਕਦੇ ਹਾਂ ਆਪਾਂ, ਡਾਇਨਾਮਾਈਟ ਦੀ ਖੋਜ ਕੀਤੀ ਸੀ। ਇਸ ਬੰਦੇ ਦੇ ਨਾਂ 'ਤੇ 355 ਪੇਟੈਂਟ ਸੀਗੇ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਮਤਲਬ ਕੋਈ ਛੋਟੀ ਮੋਟੀ ਚੀਜ਼ ਨਹੀਂ ਸੀ। ਪੇਟੈਂਟ ਦਾ ਮਤਲਬ ਹੁੰਦਾ ਤੁਸੀਂ ਨੇ ਕੋਈ ਖੋਜ ਕੀਤੀ, ਉਹ ਖੋਜ ਦੇ ਉੱਤੇ ਤੁਸੀਂ ਆਪਦਾ ਹੱਕ ਲੈ ਲਿਆ, ਮਤਲਬ ਉਹ ਖੋਜ ਦੇ ਉੱਤੇ ਤੁਸੀਂ ਨੇ ਉਦੋਂ ਬਾਅਦ ਕੀ ਕੀਤਾ ਕਿ ਹਰ ਦੇਸ਼ ਦੇ ਵਿੱਚ ਪੇਟੈਂਟ ਵਾਸਤੇ ਵੱਖਰੇ ਕਾਨੂੰਨ ਬਣੇ ਹੋਏ ਨੇ। ਜਦੋਂ ਤੁਸੀਂ ਪੇਟੈਂਟ ਉਸ ਪਰਟੀਕੂਲਰ ਖੋਜ ਦਾ ਆਪਣੇ ਕਿਸੇ ਵੀ ਆਈਡੀਏ ਦਾ ਕਰਾ ਲੈਂਦੇ ਹੋ, ਤਾਂ ਕੋਈ ਹੋਰ ਬੰਦਾ ਤੁਹਾਡੀ ਚੋਰੀ ਨਹੀਂ ਕਰ ਸਕਦਾ। ਠੀਕ ਹੈ, ਤਾਂ ਉਹ ਜੇ ਕਿਸੇ ਬੰਦੇ ਨੇ ਚੋਰੀ ਕਰਨੀ ਵੀ ਹੋਊਗੀ, ਮਤਲਬ ਚੋਰੀ ਨਹੀਂ ਇਨ ਦਾ ਸੈਂਸ ਸੇਮ ਥੋੜੀ ਟੈਕਨੋਲੋਜੀ ਵਰਤ ਕੇ ਉਹ ਚੀਜ਼ ਨੂੰ ਬਣਾਉਣਾ ਵੀ ਹੋਊਗਾ, ਤਾਂ ਫਿਰ ਉਹਨੂੰ ਪਹਿਲਾਂ ਤੁਹਾਡੇ ਤੋਂ ਪੇਟੈਂਟ ਖਰੀਦਣਾ ਪਊਗਾ ਜਾਂ ਤੁਹਾਡੀ ਸਲਾਹ ਮਸ਼ਵਰਾ ਲੈਣਾ ਪਊਗਾ, ਨਹੀਂ ਤੁਸੀਂ ਉਹਦੇ 'ਤੇ ਕੇਸ ਫਾਈਲ ਕਰ ਸਕਦੇ ਹੋ। ਸਭ ਤੋਂ ਪਹਿਲੀ ਵਾਰ ਜਿਹੜੇ ਇਹ ਆਪਣੇ ਕੋਲੇ ਨੋਬਲ ਪ੍ਰਾਈਜ਼ ਸੀਗੇ 1901 ਦੇ ਵਿੱਚ ਅਵਾਰਡ ਕਰੇ ਗਏ ਸੀ। ਠੀਕ ਹੈ, ਮਹੱਤਵਪੂਰਨ ਫੈਕਟ ਹੈ। ਉਸ ਤੋਂ ਬਾਅਦ ਐਨੂਅਲੀ ਇਹ ਦਿੱਤੇ ਜਾ ਰਹੇ ਨੇ। ਵਿੱਚੋਂ ਦੀ ਕੁਝ ਕੁ ਸਾਲ ਰੁਕੇ ਸੀ, ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਕਿ ਪਹਿਲਾ ਵਿਸ਼ਵ ਯੁੱਧ ਜਿਹੜਾ ਕਿ 1914 ਤੋਂ 18 ਤੱਕ ਚੱਲਿਆ, ਉਸ ਟਾਈਮ ਇਹ ਨਹੀਂ ਦਿੱਤੇ ਗਏ। ਦੂਜਾ ਵਿਸ਼ਵ ਯੁੱਧ ਜਿਹੜਾ 1939 ਤੋਂ ਲੈ ਕੇ 1945 ਤੱਕ ਚੱਲਿਆ ਸੀ, ਤਾਂ ਉਹਦੇ ਵਿੱਚ ਵੀ ਇਹ ਨਹੀਂ ਦਿੱਤੇ ਗਏ। ਤਾਂ ਕੁਝ ਟਾਈਮ ਸੀਗਾ ਜਿਹੜੇ ਟਾਈਮ ਨੋਬਲ ਪ੍ਰਾਈਜ਼ ਰੁਕ ਗਏ ਸੀ, ਕਿਉਂਕਿ ਦੁਨੀਆ ਦੇ ਵਿੱਚ ਹਾਲਾਤ ਹੀ ਇਹੋ ਜਿਹੇ ਬਣ ਗਏ ਸੀਗੇ। 10 ਦਸੰਬਰ ਹਰ ਸਾਲ ਜਦੋਂ ਇਹ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਨੇ, ਇਹਨੂੰ ਨੋਬਲ ਡੇ ਦੇ ਨਾਮ ਨਾਲ ਮਨਾਇਆ ਜਾਂਦਾ। ਤਾਂ ਆ ਵੀ ਸਾਨੂੰ ਆਈਡੀਆ ਰਹਿਣਾ ਚਾਹੀਦਾ ਹੈ। ਸੋ ਅੱਗੇ ਚੱਲਦੇ ਹਾਂ। ਹੁਣ ਕਿਹੜੀਆਂ ਸ਼੍ਰੇਣੀਆਂ ਨੇ, ਹੈ ਨਾ, ਜਿਹਦੇ ਵਿੱਚ ਇਹ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਬੇਸਿਕਲੀ, ਉਹ ਆਪਾਂ ਵੇਖ ਹੀ ਲਿਆ। ਭੌਤਿਕ ਵਿਗਿਆਨ ਆ, ਰਸਾਇਣਿਕ ਵਿਗਿਆਨ ਆ, ਠੀਕ ਹੈ, ਸਰੀਰ ਵਿਗਿਆਨ, ਦਵਾਈਆਂ, ਸਾਹਿਤ ਹੈ, ਸ਼ਾਂਤੀ ਹੈ ਯਾਨੀ ਕਿ ਫਿਜ਼ਿਕਸ, ਕੈਮਿਸਟਰੀ, ਫਿਜ਼ੀਓਲੋਜੀ, ਮੈਡੀਸਨ, ਲਿਟਰੇਚਰ ਅਤੇ ਪੀਸ। ਬਹੁਤ ਬਾਅਦ 'ਚ ਜਾ ਕੇ, ਜਿਵੇਂ ਕਿ ਆਪਾਂ ਨੇ ਦੇਖਿਆ ਕਿ ਤਾਂ 1901 ਤੋਂ ਹੀ ਸ਼ੁਰੂ ਹੋ ਗਏ ਸੀ, ਤਾਂ 1968 ਦੇ ਵਿੱਚ ਜਾ ਕੇ, ਜਿਵੇਂ ਆਪਣੀ ਸਾਡੀ ਜੇ ਆਪਾਂ ਕਹੀਏ ਕਿ ਮੇਨ ਸੈਂਟਰਲਾਈਜ਼ ਬੈਂਕ ਕਿਹੜੀ ਹੈ, ਸਾਡੀ ਕੇਂਦਰੀ ਬੈਂਕ ਜਿਹੜੀ ਹੈਗੀ ਹੈ,
ਤੇ ਤੁਸੀਂ ਕਹੋਗੇ ਜੀ RBI ਜਿਹੜੀ ਸਾਰੇ ਬੈਂਕਾਂ ਨੂੰ ਸਾਂਭਦਾ, ਰਿਜ਼ਰਵ ਬੈਂਕ ਆਫ ਇੰਡੀਆ। ਐਵੇਂ ਹੀ ਜਿਹੜੀ ਸਵੀਡਨ ਦੀ ਸੈਂਟਰਲ ਬੈਂਕ ਹੈ ਨਾ, ਕੇਂਦਰੀ ਬੈਂਕ, ਉਹ ਉਹਦਾ ਨਾਮ ਹੈ, ਠੀਕ ਹੈ, ਬੜਾ ਪੁੱਠੇ ਪੰਗੇਬਾਜ਼ ਦਾ ਨਾਮ ਹੈ ਸਵੈਰੇਜਿਸ, ਕਿਉਂਕਿ ਜੇ ਆਪਾਂ ਦੇਖੀਏ ਸਵੀਡਨ ਦੀ ਲੈਂਗੁਏਜ ਦੇ ਵਿੱਚ ਹੀ ਹੈ, ਅਤੇ ਉਹ ਤੋਂ ਆਪਾਂ ਕੁਛ ਨਹੀਂ ਲੈਣਾ, ਰਿਕਸ ਬੈਂਕ ਕਹਿ ਲਓ ਇੱਕ ਤਰੀਕੇ ਨਾਲ। ਇਹਨੇ ਇਹ ਪ੍ਰਾਈਜ਼ ਬਣਾਇਆ, ਇਹ ਦਿੰਦੀ ਹੈ ਬੈਂਕ ਇਹ ਪ੍ਰਾਈਜ਼, ਪਰ ਉਹ ਦਿੰਦੀ ਅਲਫਰੈਡ ਨੋਬਲ ਦੀ ਯਾਦ 'ਚ ਹੀ ਹੈ। ਮਤਲਬ ਇਹ ਨੋਬਲ ਨੇ ਨਹੀਂ ਬੋਲਿਆ ਕਿ ਦਿਓ, ਪਰ ਇਹ ਬੈਂਕ ਨੇ ਇਹਦੇ ਜਿੰਨੀ ਅਵਾਰਡ ਮਨੀ ਹੁੰਦੀ ਹੈ, ਜੋ ਵੀ ਚੀਜ਼ਾਂ ਵੀ ਕਿਵੇਂ ਸਿਲੈਕਟ ਕਰਨਾ, ਉਹ ਸਾਰੀਆਂ ਚੀਜ਼ਾਂ ਇਹੀ ਕਰਦੀ ਆ ਬੈਂਕ। ਪਰ ਐਲਫਰਡ ਨੋਬਲ ਦੀ ਯਾਦ ਦੇ ਵਿੱਚ ਕਹਿਤਾ ਕਿ ਹਾਂ ਅਸੀਂ ਇਹ ਚੀਜ਼ ਦੇਵਾਂਗੇ, ਪਰ ਐਲਫਰਡ ਨੋਬਲ ਵੱਲੋਂ ਆਪਣਾ ਜਿਹੜਾ ਉਹ ਲਿਖ ਕੇ ਗਿਆ ਸੀਗਾ ਵੀ ਹਾਂ ਆਹ ਫੀਲਡਾਂ 'ਚ ਦੇਣਾ, ਉਹ ਇਹ ਫੀਲਡ ਨਹੀਂ ਸੀਗਾ, ਹੈ ਨਾ। ਇਸ ਗੱਲ ਨੂੰ ਖਾਸ ਨੋਟ ਰੱਖਿਓ, ਪੇਪਰ 'ਚ ਤੇ ਸਵਾਲ ਬਣਦਾ, ਠੀਕ ਹੈ ਜੀ। ਹੁਣ ਇਹਦਾ ਮਤਲਬ ਫਿਰ ਉਸ ਤੋਂ ਬਾਅਦ 1968 ਤੋਂ ਬਾਅਦ ਫਿਰ ਹੁਣ ਇਹ ਲਗਾਤਾਰ ਇਹ ਅਰਥ ਸ਼ਾਸਤਰ ਯਾਨੀ ਕਿ ਇਕੋਨਮੀ ਦੇ ਫੀਲਡ ਦੇ ਵਿੱਚ ਵੀ ਇਹ ਪ੍ਰਾਈਜ਼ ਦਿੱਤਾ ਜਾਂਦਾ ਇਸ ਬੈਂਕ ਦੁਆਰਾ। ਸੋ ਅੱਗੇ ਆਪਾਂ ਜੇ ਗੱਲ ਕਰੀਏ ਕੁਛ ਫੈਕਟ ਤੱਥ ਇਹਨੂੰ ਲੈ ਕੇ ਜਿਹੜੇ ਸਾਨੂੰ ਪੇਪਰਾਂ ਦੇ ਵਿੱਚ ਡਾਇਰੈਕਟ ਪੁੱਛੇ ਜਾਂਦੇ ਨੇ, ਜਿਨ੍ਹਾਂ ਦੇ ਬਾਰੇ ਸਾਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ। ਕਹਿੰਦਾ ਜਿਹੜਾ ਪ੍ਰਾਈਜ਼ ਹੈ ਇਹ ਵੱਧ ਤੋਂ ਵੱਧ 3 ਬੰਦਿਆਂ ਦੇ ਵਿੱਚ ਸ਼ੇਅਰ ਕੀਤਾ ਜਾ ਸਕਦਾ, ਮਤਲਬ 3 ਬੰਦਿਆਂ ਨੂੰ ਇਕੱਠੇ ਦਿੱਤਾ ਜਾ ਸਕਦਾ, ਇਸ ਤੋਂ ਜ਼ਿਆਦਾ ਨਹੀਂ ਹੈਗਾ। ਅਤੇ ਜਿਹੜਾ ਪੀਸ ਸ਼ਾਂਤੀ ਵਾਲਾ ਇਹ ਨੋਬਲ ਪ੍ਰਾਈਜ਼ ਹੈ ਉਹ ਕਿਸੇ ਔਰਗਨਾਈਜੇਸ਼ਨ, ਕਿਸੇ ਸੰਸਥਾ ਨੂੰ ਵੀ ਦਿੱਤਾ ਜਾ ਸਕਦਾ, ਠੀਕ ਹੈ। ਮਤਲਬ ਜਿਹੜਾ ਤਾਂ ਇਹ ਦਿੱਤਾ ਜਾਊਗਾ ਤਾਂ ਇੰਡੀਵਿਜੂਅਲ ਬੰਦੇ ਨੂੰ ਦਿੱਤਾ ਜਾਊਗਾ, ਜਿਹੜੇ ਬਾਕੀ ਦੇ ਅਵਾਰਡ ਨੇ ਰਸਾਇਣਿਕ ਵਿਗਿਆਨ 'ਚ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਫਿਜ਼ਿਕਸ ਕੈਮਿਸਟਰੀ ਆ ਸਾਰੇ ਫੀਲਡਾਂ 'ਚ। ਪਰ ਜਿਹੜਾ ਇੱਕ ਸ਼ਾਂਤੀ ਦਾ ਪ੍ਰਾਈਜ਼ ਹੈ, ਸ਼ਾਂਤੀ ਦਾ ਪ੍ਰਾਈਜ਼ ਤਾਂ ਕਿਸੇ ਸੰਸਥਾ ਨੂੰ ਵੀ ਦੇ ਸਕਦੇ ਆ, ਕਿਸੇ ਬੰਦੇ ਨੂੰ ਵੀ ਦੇ ਸਕਦੇ ਆ। ਤਾਂ ਇਹ ਗੱਲ ਆਪਾਂ ਨੂੰ ਕਲੀਅਰ ਹੋ ਗਈ। ਅਤੇ 3 ਬੰਦਿਆਂ ਤੱਕ ਵੱਧ ਤੋਂ ਵੱਧ ਦਿੱਤਾ ਜਾ ਸਕਦਾ, ਆਹ ਵੀ ਗੱਲ ਸਾਨੂੰ ਧਿਆਨ 'ਚ ਰਵੇ। ਨੋਬਲ ਪ੍ਰਾਈਜ਼ ਜਿਹੜਾ ਹੁੰਦਾ ਹੈ ਮਰਨ ਉਪਰੰਤ ਨਹੀਂ ਦਿੱਤਾ ਜਾ ਸਕਦਾ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਪੁਆਇੰਟ ਕਿ ਮਰਨ ਉਪਰੰਤ ਇਹ ਨਹੀਂ ਦਿੱਤਾ ਜਾ ਸਕਦਾ। ਹਾਲਾਂਕਿ 1974 ਤੋਂ ਬਾਅਦ, ਮਤਲਬ ਹੁਣ ਜੇ ਫਰਜ਼ ਕਰੋ ਇਹ ਹੋ ਜਾਏ ਕਿ ਉੱਧਰੋਂ ਤਾਂ ਇਨਾਮ ਘੋਸ਼ਿਤ ਕਰਤਾ, ਕਿਉਂਕਿ ਇਨਾਮ ਕਿਹੜਾ ਸੇਮ ਡੇ ਘੋਸ਼ਿਤ ਕਰਦੇ ਨੇ, ਪਹਿਲਾਂ ਹੀ ਦੱਸ ਦਿੰਦੇ ਨੇ ਨਾ ਕੁਛ ਮਹੀਨੇ ਵੀ ਹਾਂ ਤੈਨੂੰ ਇਸ ਵਾਰ ਇਨਾਮ ਮਿਲਦਾ ਉਹੀ ਤਰੀਕ ਨੂੰ ਹੈ ਜਿਹੜੀ ਆਪਾਂ ਦਸੰਬਰ ਵਾਲੀ ਦੇਖੀ ਹੈ, ਠੀਕ ਹੈ। ਤਾਂ ਜੇ ਉਸ ਤੋਂ ਬਾਅਦ ਅਨਾਊਂਸ ਕਰਨ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਵੇ ਬਈ, ਇਹ ਵੀ ਤਾਂ ਹੋ ਸਕਦਾ, ਫਿਰ ਨਹੀਂ ਉਹਦਾ ਰੁਕਦਾ, ਫਿਰ ਉਹਨੂੰ ਦਿੱਤਾ ਹੀ ਜਾਊਗਾ। ਪਰ ਇਹ ਨਹੀਂ ਹੈਗਾ ਵੀ ਕੋਈ ਮਰ ਚੁੱਕਿਆ ਬੰਦਾ ਜੇ ਅੱਜ ਉਹਨੂੰ ਕਵੇ ਕਿ ਉਹਦੀ ਕੋਈ ਉਪਲਬਧੀ ਸੀ ਉਹਦੇ 'ਤੇ ਉਹਨੂੰ ਅੱਜ ਇਨਾਮ ਦਿੱਤਾ ਜਾਵੇ, ਤਾਂ ਐਵੇਂ ਨਹੀਂ ਹੈਗਾ, ਠੀਕ ਹੈ। ਅਤੇ ਜੇ ਆਪਾਂ ਦੇਖੀਏ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਜਿਹਨੂੰ ਕਿਸੇ ਨੂੰ ਨੋਬਲ ਪ੍ਰਾਈਜ਼ ਮਿਲਿਆ ਤਾਂ ਉਹ ਮਲਾਲਾ ਯੂਸਫਜ਼ਾਈ ਸੀ, ਠੀਕ ਹੈ। ਮਲਾਲਾ ਯੂਸਫਜ਼ਾਈ ਦੇ ਤੁਸੀਂ ਨਾਮ ਸੁਣਿਆ ਹੋਊਗਾ ਜ਼ਰੂਰ। 17 ਸਾਲ ਦੀ ਉਮਰ ਦੇ ਵਿੱਚ ਹੀ ਪਾਕਿਸਤਾਨ ਦੀ ਸੀ ਇਹ ਕੁੜੀ। ਪਾਕਿਸਤਾਨ 'ਚ ਬੜੇ ਤਸ਼ੱਦਦ ਦੇ ਖਿਲਾਫ ਇਹਨੇ ਆਵਾਜ਼ ਚੱਕੀ ਕੁੜੀ ਨੇ। ਬਾਅਦ ਦੇ ਵਿੱਚ ਹੁਣ ਤਾਂ ਚਲੋ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ ਇਹਨੂੰ, ਉਸ ਤੋਂ ਬਾਅਦ ਉੱਧਰ ਚਲ ਗਈ ਸੀ। ਤਾਂ ਇਹਦੇ ਇੰਨੀ ਬੋਲਡਨੈਸ, ਮਤਲਬ ਇੰਨੀ ਦੇਖ ਕੇ ਤਾਂ ਇਹਨੂੰ ਨੋਬਲ ਸ਼ਾਂਤੀ ਪ੍ਰਾਈਜ਼ ਦਿੱਤਾ ਗਿਆ ਸੀ। ਸਿਰਫ 17 ਸਾਲ ਦੀ ਉਮਰ 'ਚ ਇਹਨੇ ਜਿੱਤਿਆ ਸੀ, ਅਤੇ ਸਭ ਤੋਂ ਛੋਟੀ ਉਮਰ ਦੀ ਸੀ। ਅਤੇ ਜੇ ਸਭ ਤੋਂ ਵੱਡੀ ਉਮਰ ਦਾ ਕੋਈ ਬੰਦਾ ਆਪਾਂ ਜਾਂ ਕੋਈ ਲੇਡੀ ਹੋਵੇ ਜਿਹਨੂੰ ਇਹ ਨੋਬਲ ਪ੍ਰਾਈਜ਼ ਮਿਲਿਆ ਹੋਇਆ, ਤਾਂ ਉਹ ਹੈਗਾ ਜੌਨ ਬੀ ਗੁਡਇਨਫ। ਜੌਨ ਬੀ ਗੁਡਇਨਫ 97 ਸਾਲ ਦੀ ਉਮਰ ਦੇ ਵਿੱਚ ਜਾ ਕੇ ਬੰਦੇ ਨੂੰ ਮਿਲਿਆ ਸੀ, ਰਸਾਇਣਿਕ ਵਿਗਿਆਨ ਦੇ ਫੀਲਡ ਦੇ ਵਿੱਚ। 2019 'ਚ ਦਿੱਤਾ ਇਹ, ਠੀਕ ਆ, ਕੁਛ ਕੁ ਸਾਲ ਪਹਿਲਾਂ ਹੀ, 2 ਸਾਲ ਪਹਿਲਾਂ। ਤਾਂ ਇਹ ਫੈਕਟ ਸਾਨੂੰ ਪਤਾ ਹੋਣ, ਕਿਉਂਕਿ ਇਹ ਪੇਪਰਾਂ ਦੇ ਸਿੱਧੇ ਫੈਕਟ ਨੇ। ਛੋਟੇ ਪੇਪਰਾਂ ਦੇ ਵਿੱਚ ਤਾਂ ਜੇ ਆਮ ਤੌਰ 'ਤੇ PSSB ਨੂੰ ਟਾਰਗੇਟ ਕਰੀਏ ਜਾਂ SI ਨੂੰ ਟਾਰਗੇਟ ਕਰਨਾ ਹੋਵੇ ਕਿਸੇ ਨੇ, ਤਾਂ ਸਵਾਲ ਸਿੱਧੇ ਪੁੱਛੇ ਜਾਣੇ ਆਪਣੇ ਕੋਲੋਂ। ਮੈਰੀ ਕਿਊਰੀ ਦੀ ਜ਼ਿਕਰ ਕਰ ਲਈਏ ਆਪਾਂ, ਉਹ ਇਕੱਲੀ ਇਹੋ ਜਿਹੀ ਵਿਮਨ ਹੈ, ਔਰਤ ਹੈ, ਜਿਹਨੂੰ ਇਹ ਨਾਮ 2 ਵਾਰ ਮਿਲ ਚੁੱਕਿਆ। ਵੈਸੇ ਤਾਂ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੂੰ 2 ਵਾਰ ਮਿਲ ਚੁੱਕਿਆ ਹੈ, ਪਰ ਜੇ ਵਿਮਨ ਲੇਡੀਜ਼ 'ਚ ਗੱਲ ਕਰੀਏ ਤਾਂ ਉਹ ਇਕੱਲੀ ਮੈਰੀ ਕਿਊਰੀ ਹੈ। ਮੈਰੀ ਕਿਊਰੀ ਨੂੰ 1903 ਦੇ ਵਿੱਚ ਮਿਲਿਆ ਸੀਗਾ ਜੀ ਫਿਜ਼ਿਕਸ, ਰਸਾਇਣਿਕ ਵਿਗਿਆਨ ਦੇ ਵਿੱਚ, ਭੌਤਿਕ ਵਿਗਿਆਨ ਦੇ ਵਿੱਚ। ਅਤੇ 1911 ਦੇ ਵਿੱਚ ਇਹਨੂੰ ਮਿਲਿਆ ਸੀ ਰਸਾਇਣਿਕ ਵਿਗਿਆਨ ਯਾਨੀ ਕਿ ਕੈਮਿਸਟਰੀ ਦੇ ਵਿੱਚ ਮਿਲਿਆ ਸੀ। ਤਾਂ 1903 ਅਤੇ 11 'ਚ 2 ਵਾਰ ਇਹ ਮੈਰੀ ਕਿਊਰੀ ਜਿੱਤ ਚੁੱਕੀ ਹੈ, ਠੀਕ ਹੈ। ਇਹ ਵੀ ਇੱਕ ਇੰਪੋਰਟੈਂਟ ਫੈਕਟ ਆ ਆਪਣੇ ਕੋਲ। ਇਹ ਤੋਂ ਇਲਾਵਾ ਜਿੰਨੇ ਬੰਦੇ ਜਿਨ੍ਹਾਂ ਨੇ 2 ਨੋਬਲ ਪ੍ਰਾਈਜ਼ ਜਿੱਤੇ ਨੇਗੇ, ਮੈਰੀ ਕਿਊਰੀ ਦਾ ਜ਼ਿਕਰ ਆ ਗਿਆ ਆਪਣੇ ਕੋਲ, ਠੀਕ ਹੈ। ਜੌਨ ਬਾਰਡੀਨ, ਲੀਨਸ ਪੌਲਿੰਗ, ਠੀਕ ਹੈ। ਫਿਰ ਫਰੈਡਰਿਕ ਸੈਂਗਨਰ, ਕਾਰਲ ਬੇਰੀ ਸ਼ਾਰਪਲੈਸ, ਇਹਦਾ ਨਾਮ ਆਊਗਾ ਆਪਣੇ ਕੋਲ ਕਿਉਂਕਿ ਇਹਨੇ ਦੂਸਰੀ ਵਾਰ ਇਸ ਵਾਰੀ ਜਿੱਤਿਆ ਇਸ ਬੰਦੇ ਨੇ, ਸ਼ਾਰਪਲੈਸ ਨਾਮ ਦੇ ਬੰਦੇ ਨੇ, ਠੀਕ ਹੈ। ਤਾਂ ਕਾਰਲ ਬੇਰੀ ਸ਼ਾਰਪਲੈਸ ਦਾ ਨਾਮ ਆਪਾਂ ਅੱਗੇ ਵੀ ਹੁਣ ਦੇਖਾਂਗੇ 2022 ਵਾਲਿਆਂ ਦੇ ਵਿੱਚ ਕਿ ਇਹ ਬੰਦਾ ਦੂਜੀ ਵਾਰ ਹੁਣ ਜਿੱਤ ਕੇ ਆਇਆ। 3 ਵਾਰ ਜੇ ਕਿਸੇ ਨੇ ਜਿੱਤਿਆ ਹੋਵੇ ਤਾਂ 3 ਵਾਰ ਜਿੱਤਣ ਵਾਲੀ ਇੱਕੋ ਸੁਸਾਇਟੀ ਹੈ ਰੈੱਡ ਕਰਾਸ। ਸਵਿਟਜ਼ਰਲੈਂਡ ਦੇ ਵਿੱਚ ਬੇਸ ਹੈ ਇਹਦਾ। ਰੈੱਡ ਕਰਾਸ ਦਾ ਤੁਸੀਂ ਨਾਮ ਸੁਣਿਆ ਹੋਊਗਾ, ਐਵੇਂ ਕਰਾਸ ਦਾ ਸਾਈਨ ਲਾਲ ਰੰਗ ਦਾ ਪਾਇਆ ਹੁੰਦਾ ਜਿਵੇਂ ਡਾਕਟਰ ਵਾਲਾ ਹੁੰਦਾ। ਇਹਨੇ ਬਹੁਤ ਵਧੀਆ ਕੰਮ ਕਰਿਆ, ਠੀਕ ਹੈ। ਤੁਹਾਡੇ ਲਈ ਇੱਕ ਸਵਾਲ ਹੈ, ਤੁਸੀਂ ਮੈਨੂੰ ਇਹ ਦੱਸਣਾ ਕਿ ਜਿਹੜੀ ਰੈੱਡ ਕਰਾਸ ਸੁਸਾਇਟੀ ਹੈਗੀ ਹੈ ਇਹਦਾ ਸੰਸਥਾਪਕ ਕੌਣ ਸੀਗਾ? ਕੀ ਦੱਸਣਾ ਜੀ? ਇਹਦਾ ਸੰਸਥਾਪਕ ਕੌਣ ਸੀ? ਉਸ ਬੰਦੇ ਦਾ ਨਾਮ ਬਹੁਤ ਫੇਮਸ ਹੈ, ਕਮੈਂਟ ਬਾਕਸ 'ਚ ਮੈਨੂੰ ਦੱਸਿਓ ਕਿ ਇਹਦੇ ਸੰਸਥਾਪਕ ਦਾ ਨਾਮ ਕੀ ਸੀਗਾ, ਪੇਪਰ ਬਹੁਤ ਪੁੱਛਦਾ। ਤਾਂ ਰੈੱਡ ਕਰਾਸ ਸੁਸਾਇਟੀ ਨੂੰ ਨੋਬਲ ਪ੍ਰਾਈਜ਼ 17 'ਚ, 1944 'ਚ, 1963 'ਚ 3 ਵਾਰ ਸ਼ਾਂਤੀ ਦਾ ਨੋਬਲ ਪ੍ਰਾਈਜ਼ ਇਹ
ਜਿੱਤ ਚੁੱਕੀ ਹੈ, ਇਕਲੌਤੀ ਹੈ ਜਿਹਨੂੰ 3 ਵਾਰ ਮਿਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵਧੀਆ ਸਵਾਲ ਬਣ ਜਾਂਦਾ ਹੈ ਨਾ, ਜੇ ਦੇਖਿਆ ਜਾਵੇ। ਚੇਅਰਮੈਨ ਆਫ ਨਾਰਵੇਜੀਅਨ ਨੋਬਲ ਕਮੇਟੀ ਪ੍ਰੈਜ਼ੈਂਟਸ ਦਾ ਨੋਬਲ ਪੀਸ ਪ੍ਰਾਈਜ਼। ਹੁਣ ਇੱਥੇ ਇੱਕ ਫੈਕਟ ਹੋਰ ਬੜਾ ਮਸ਼ਹੂਰ ਹੈ, ਜਿੰਨੇ ਮੈਂ ਤੁਹਾਨੂੰ ਨੋਬਲ ਪ੍ਰਾਈਜ਼ ਦੱਸੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਪੀਸ ਸ਼ਾਂਤੀ ਵਾਲਾ ਨੋਬਲ ਪ੍ਰਾਈਜ਼ ਹੈ ਉਹੀ ਇਕੱਲਾ ਓਸਲੋ, ਜਿਹੜੀ ਕਿ ਰਾਜਧਾਨੀ ਆ ਨਾਰਵੇ ਦੀ, ਯਾਨੀ ਕਿ ਨਾਰਵੇ ਦੀ ਰਾਜਧਾਨੀ ਆ ਓਸਲੋ ਸ਼ਹਿਰ, ਉੱਥੇ ਦਿੱਤਾ ਜਾਂਦਾ। ਨਹੀਂ ਬਾਕੀ ਸਾਰੇ ਸਟਾਕਹੋਮ 'ਚ ਦਿੱਤੇ ਜਾਂਦੇ ਨੇ। ਠੀਕ ਹੈ, ਬਾਕੀ ਸਾਰੇ ਕਿੱਥੇ ਦਿੱਤੇ ਜਾਂਦੇ ਨੇ? ਸਟਾਕਹੋਮ ਦੇ ਵਿੱਚ। ਇਕੱਲਾ ਇਹ ਓਸਲੋ ਦੇ ਵਿੱਚ ਦਿੱਤਾ ਜਾਂਦਾ। ਇਹ ਵੀ ਪੇਪਰ ਦੇ ਵਿੱਚ ਸਵਾਲ ਤੁਹਾਨੂੰ ਪੁਰਾਣੇ ਪੇਪਰ ਫਰੋੜੋਗੇ ਤਾਂ ਜ਼ਰੂਰ ਦਿਖੂਗਾ ਕਿ ਇਹਨਾਂ 'ਚੋਂ ਕਿਹੜਾ ਪ੍ਰਾਈਜ਼ ਹੈ ਜਿਹੜਾ ਸਟਾਕਹੋਮ ਦੇ ਵਿੱਚ ਆਪਣਾ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾਂਦਾ। ਤਾਂ ਉੱਤਰ ਹੋਊਗਾ ਜੀ ਪੀਸ ਪ੍ਰਾਈਜ਼, ਸ਼ਾਂਤੀ ਵਾਲਾ ਪ੍ਰਾਈਜ਼, ਜਿਹੜਾ ਕਿ ਓਸਲੋ ਦੇ ਵਿੱਚ ਦਿੱਤਾ ਜਾਂਦਾ, ਨਾ ਕਿ ਸਟਾਕਹੋਮ ਦੇ ਵਿੱਚ ਦਿੱਤਾ ਜਾਂਦਾ। ਇਹ ਕੁਝ ਫੈਕਟ ਯਾਦ ਰੱਖਿਓ। ਹੁਣ ਇਹਨਾਂ ਨੂੰ ਜਿਹੜੇ ਲੌਰੀਏਟਸ ਹੁੰਦੇ ਨੇ, ਜਿਨ੍ਹਾਂ ਨੇ ਜੇਤੂ ਹੁੰਦੇ ਨੇ, ਇਹਨਾਂ ਨੂੰ ਸਿਲੈਕਟ ਕੌਣ ਕਰਦਾ ਹੈ? ਮਤਲਬ ਇਹਨਾਂ ਨੂੰ ਚੋਣ ਕੌਣ ਕਰਦਾ? ਇਹਨਾਂ ਦੀ ਚੋਣ ਨੂੰ ਲੈ ਕੇ ਆਹ ਦੇਖੋ, ਆਹ ਵੱਖਰੀਆਂ ਵੱਖਰੀਆਂ ਕਮੇਟੀਆਂ ਬਣੀਆਂ ਹੋਈਆਂ ਨੇ। ਜਿਵੇਂ ਜੇ ਆਪਾਂ ਗੱਲ ਕਰ ਲਈਏ ਨੋਬਲ ਅਸੈਂਬਲੀ ਫॉर ਕੈਰੋਲਿਨਸਕਾ ਇੰਸਟੀਟਿਊਟ, ਇਹਦਾ ਮੈਡੀਸਨ ਵਾਲਿਆਂ ਨੂੰ ਚੱਕਦਾ ਹੈ ਵੀ ਇਹ ਇੱਕ ਸੁਸਾਇਟੀ ਜੀ ਬਣਾ ਰੱਖੀ ਹੈ, ਜਾਂ ਬੰਦਿਆਂ ਦੀ ਗਰੁੱਪ ਜਿਹਾ ਬਣਾ ਰੱਖਿਆ ਜਿਨ੍ਹਾਂ ਨੇ ਚੁਣਨਾ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ, ਇਹ ਇਕੋਨਮੀ ਦੀ ਹੋ ਗਈ, ਜਿਹੜਾ ਇਕੋਨਮੀ ਵਾਲਾ ਆਪਾਂ ਦੇਖਿਆ ਜਿਹੜਾ ਬੈਂਕ ਦਿੰਦਾ ਹੈ। ਅਤੇ ਜੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਹੀ ਸਾਡੇ ਕੋਲ ਕੈਮਿਸਟਰੀ ਚੁਣਦਾ ਹੈ, ਇਹੀ ਸਾਇੰਸਿਸ ਹੀ ਫਿਜ਼ਿਕਸ ਚੁਣਦਾ ਹੈ, ਯਾਨੀ ਕਿ ਭੌਤਿਕ ਰਸਾਇਣਿਕ ਵਿਗਿਆਨ ਦੋਨੋਂ ਇਹ ਕੱਢਦਾ। ਨਾਰਵੇਜੀਅਨ ਜਿਹੜੀ ਨੋਬਲ ਕਮੇਟੀ ਹੈ ਉਹ ਪੀਸ ਨੂੰ ਕੱਢਦੀ ਹੈ, ਅਤੇ ਲਿਟਰੇਚਰ ਦੀ ਲਈ ਹੈਗੀ ਹੈ ਦ ਸਵੀਡਿਸ਼ ਅਕੈਡਮੀ। ਤਾਂ ਇਹ ਵੱਖਰੇ ਵੱਖਰੇ ਮਤਲਬ ਸੰਸਥਾਵਾਂ ਨੇ ਜਿਨ੍ਹਾਂ ਨੂੰ ਕੰਮ ਦਿੱਤਾ ਹੋਇਆ ਪੂਰੀ ਇਸ ਫਾਊਂਡੇਸ਼ਨ ਨੇ ਵੀ ਤੁਸੀਂ ਜਿਹੜੇ ਤੁਹਾਡੇ ਕੋਲ ਐਵੇਂ ਨਹੀਂ ਹੁੰਦਾ ਤਾਂ ਇਹ ਆ ਵੀ ਇਹ ਐਪਲੀਕੇਸ਼ਨਾਂ ਮੰਗਦੇ ਆ ਵੀ ਨੋਬਲ ਪ੍ਰਾਈਜ਼ ਵਾਸਤੇ ਕੌਣ ਕੌਣ ਅਪਲਾਈ ਕਰਨਾ ਚਾਹੁੰਦਾ। ਜਿਹੜੇ ਬੰਦੇ ਅਪਲਾਈ ਕਰਦੇ ਨੇ ਫਿਰ ਉਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਇਹ ਕਮੇਟੀ ਦਾ ਕੰਮ ਹੈ। ਠੀਕ ਹੈ, ਤਾਂ ਇਹਨਾਂ ਦੇ ਨਾਮ ਤੁਸੀਂ ਥੱਲੇ ਥਿਊਰੀ 'ਚ ਵੀ ਲਿਖੇ ਨੇ, ਅਤੇ ਇੱਥੇ ਆ ਫੋਟੋ ਦੇ ਵਿੱਚ ਸਾਰੇ ਲਿਖੇ ਪਏ ਨੇ। ਤੁਸੀਂ ਫੋਟੋ ਤੋਂ ਹੀ ਯਾਦ ਕਰ ਸਕਦੇ ਹੋ ਕਿ ਕਿਹੜਾ ਕੌਣ ਕਿਹਨੂੰ ਦਿੰਦਾ ਹੈ। ਠੀਕ ਹੈ, ਅੱਗੇ ਆ ਜਾਓ। ਹੁਣ ਅੱਗੇ ਆਪਾਂ ਭਾਰਤੀਆਂ ਦੇ ਕੰਟੈਕਸਟ 'ਚ ਗੱਲ ਕਰੀਏ, ਹੈ ਨਾ। ਭਾਰਤੀ ਨੋਬਲ ਲੌਰੀਏਟ ਜਾਂ ਜੇਤੂ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਮੈਂ ਕਹੂੰਗਾ ਏਸ਼ੀਅਨ ਵੀ ਅਤੇ ਪਹਿਲਾ ਭਾਰਤੀ ਵੀ ਜਿਹਨੇ ਨੋਬਲ ਪ੍ਰਾਈਜ਼ ਜਿੱਤਿਆ ਉਹ ਸੀਗਾ ਰਵਿੰਦਰਨਾਥ ਟੈਗੋਰ। 1913 ਸਾਲ ਸੀ ਜਦੋਂ ਰਵਿੰਦਰਨਾਥ ਟੈਗੋਰ ਨੇ ਜਿੱਤਿਆ ਸੀ। ਇਹ ਐਨ ਨੰਬਰ ਆਫ ਪੇਪਰਸ 'ਚ ਸਵਾਲ ਪੁੱਛਿਆ ਗਿਆ ਕਿ ਪਹਿਲਾ ਭਾਰਤੀ ਜਾਂ ਪਹਿਲਾ ਏਸ਼ੀਆਈ ਉਹ ਕਿਹੜਾ ਸੀ ਜਿਹਨੇ ਨੋਬਲ ਪ੍ਰਾਈਜ਼ ਜਿੱਤਿਆ? ਤਾਂ ਉਹ ਕੌਣ ਸੀ? ਰਵਿੰਦਰਨਾਥ ਟੈਗੋਰ। ਸਾਹਿਤ ਦੇ ਖੇਤਰ ਦੇ ਵਿੱਚ, ਠੀਕ ਹੈ, ਲਿਟਰੇਚਰ ਦੇ ਵਿੱਚ ਪਤਾ ਹੀ ਹੈ ਤੁਹਾਨੂੰ ਰਵਿੰਦਰਨਾਥ ਟੈਗੋਰ ਬਾਰੇ। ਜੇ ਤੁਸੀਂ ਮਾਡਰਨ ਹਿਸਟਰੀ ਆਧੁਨਿਕ ਭਾਰਤ ਪੜ੍ਹਿਆ ਤਾਂ ਰਵਿੰਦਰਨਾਥ ਟੈਗੋਰ ਦਾ ਜ਼ਿਕਰ ਜ਼ਰੂਰ ਆਉਂਦਾ, ਕਈ ਥਾਂ 'ਤੇ ਆਉਂਦਾ। ਮਦਰ ਟਰੇਸਾ ਇਕੱਲੀ ਵਿਮਨ ਹੈ ਜਿਹਨੂੰ ਕਿ ਔਰਤਾਂ ਦੀ ਸੂਚੀ 'ਚ ਜੇ ਆਪਾਂ ਗੱਲ ਕਰੀਏ ਕਿ ਕਿਸੇ ਲੇਡੀ ਨੂੰ ਭਾਰਤ ਦੀ ਨੂੰ ਮਿਲਿਆ ਹੋਵੇ ਤਾਂ ਉਹ ਇਕੱਲੀ ਮਦਰ ਟਰੇਸਾ। ਬੇਸਿਕਲੀ ਮਦਰ ਟਰੇਸਾ ਵੈਸੇ ਭਾਰਤ ਦੀ ਨਹੀਂ ਸੀ, ਭਾਰਤ ਦੇ ਵਿੱਚ ਇੱਥੇ ਸੇਵਾ ਕਰ ਰਹੀ ਸੀ। ਅਤੇ ਜਦੋਂ ਇਹਨੂੰ ਇਹ ਪ੍ਰਾਈਜ਼ ਦਿੱਤਾ ਜਾਣਾ ਸੀ ਕੁਛ ਟਾਈਮ ਪਹਿਲਾਂ ਹੀ ਭਾਰਤ ਨੇ ਸਪੈਸ਼ਲ ਪ੍ਰੋਵੀਜ਼ਨਾਂ ਦੇ ਤਹਿਤ ਇਹਨੂੰ ਕੀ ਦਿੱਤੀ ਸੀ? ਭਾਰਤ ਦੀ ਨਾਗਰਿਕਤਾ ਦਿੱਤੀ ਸੀ, ਸਿਟੀਜ਼ਨਸ਼ਿਪ ਦਿੱਤੀ ਸੀ। ਉਦੋਂ ਬਾਅਦ ਫਿਰ ਇਹੀ ਹੈ ਕਿ ਭਾਰਤ ਦੀ ਸੀ। ਹਾਂ, ਜਦੋਂ ਉਹਨੂੰ ਇਹਦੇ ਕੋਲ ਭਾਰਤ ਦੀ ਨਾਗਰਿਕਤਾ ਹੈਗੀ ਸੀ ਜਿਸ ਟਾਈਮ 'ਤੇ ਇਹਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ, ਇਸ ਕਰਕੇ ਭਾਰਤ ਦੀ ਹੀ ਕਾਊਂਟ ਕਰੀ ਜਾਏਗੀ। ਆਹ ਆਪਣੇ ਕੋਲ ਲਿਸਟ ਹੈ। ਸਭ ਤੋਂ ਪਹਿਲਾਂ ਰਵਿੰਦਰਨਾਥ ਟੈਗੋਰ 1913 ਦੇ ਵਿੱਚ, ਲਿਟਰੇਚਰ ਫੀਲਡ ਸੀ, ਸਾਹਿਤ ਦੇ ਫੀਲਡ ਦੇ ਵਿੱਚ। ਫਿਰ 1930 ਦੇ ਵਿੱਚ ਜਿੱਤਦੇ ਨੇ ਸੀ ਵੀ ਰਮਨ ਭੌਤਿਕ ਵਿਗਿਆਨ ਯਾਨੀ ਕਿ ਫਿਜ਼ਿਕਸ ਜਿੱਤਦੇ ਨੇ। ਰਮਨ ਸਕੈਟਰਿੰਗ ਇਫੈਕਟ ਇਹਨਾਂ ਦੀ ਖੋਜ ਸੀ, ਜਿਹੜੀ ਕਿ ਬੜੀ ਹੀ ਲਾਜਵਾਬ ਕੰਮ ਇਹਨਾਂ ਨੇ ਕੀਤਾ ਸੀਗਾ, ਜਿਹਦੇ ਪਿੱਛੇ ਇਹਨਾਂ ਨੂੰ ਇਹ ਨੋਬਲ ਪ੍ਰਾਈਜ਼ ਦਿੱਤਾ ਗਿਆ। ਹਰਗੋਬਿੰਦ ਖੁਰਾਣਾ ਜੀ, ਇਹ ਵੀ ਭਾਰਤ ਨਾਲ ਸੰਬੰਧ ਰੱਖਦੇ ਸੀ, 1968 ਦੇ ਵਿੱਚ ਜਿੱਤਿਆ ਸੀ। ਇਹਨਾਂ ਨੇ ਮੈਡੀਸਨ ਅਤੇ ਫਿਜ਼ੀਓਲੋਜੀ ਯਾਨੀ ਕਿ ਸਰੀਰ ਵਿਗਿਆਨ ਅਤੇ ਦਵਾਈ ਦੇ ਵਿੱਚ ਜਿੱਤਿਆ ਸੀ। ਜੈਨੇਟਿਕ ਕੋਡ ਅਤੇ ਪ੍ਰੋਟੀਨ ਨੂੰ ਕਿਵੇਂ ਉਹਦਾ ਸੰਸਲੇਸ਼ਨ ਕਰਨਾ, ਸੈਂਸਿਸ ਕਰਨਾ ਹੈ, ਉਹ ਚੀਜ਼ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਸੀਗਾ। ਮਦਰ ਟਰੇਸਾ ਦਾ ਨਾਮ ਆ ਗਿਆ। ਮਦਰ ਟਰੇਸਾ ਨੇ 1979 ਜਿੱਤਿਆ ਸੀ। ਸ਼ਾਂਤੀ ਦਾ ਪ੍ਰਾਈਜ਼ ਜਿੱਤਿਆ ਸੀ ਕਿਉਂਕਿ ਮਨੁੱਖਤਾ ਦੀ, ਦੁਖੀ ਮਨੁੱਖਾਂ ਦੀ ਮਦਦ ਕਰਨਾ, ਠੀਕ ਹੈ, ਇੱਕ ਨਰਸ ਬਣ ਕੇ ਬਹੁਤ ਸੇਵਾ ਕੀਤੀ ਸੀ, ਉਸ ਪੱਖੋਂ ਇਹਨਾਂ ਨੂੰ ਸ਼ਾਂਤੀ ਦਾ ਦਿੱਤਾ ਗਿਆ। ਚੰਦਰਾ ਸ਼ੇਖਰ ਲਿਮਿਟ ਪੜ੍ਹਦੇ ਹਾਂ ਅਸੀਂ, ਬੜੀ ਮਸ਼ਹੂਰ ਆ ਫਿਜ਼ਿਕਸ ਦੇ ਵਿੱਚ, ਤਾਂ ਉਹ ਚੰਦਰਾ ਸ਼ੇਖਰ ਜੀ ਦੀ ਹੀ ਦੇਣ ਸੀ। 1983 ਦੇ ਵਿੱਚ ਜਿੱਤਦੇ ਨੇ। ਅਤੇ ਇਹਨਾਂ ਨੇ ਬੇਸਿਕਲੀ ਐਵੋਲਿਊਸ਼ਨ ਆਫ ਸਟਾਰਸ, ਤਾਰਿਆਂ ਦਾ ਅਧਿਐਨ ਕੀਤਾ ਸੀ ਵੀ ਉਹ ਤਾਰਿਆਂ ਦਾ ਵਿਕਾਸ ਕਿਵੇਂ ਹੁੰਦਾ ਹੈ, ਕਿਵੇਂ ਤਾਰੇ ਬਣਦੇ ਨੇ, ਹੈ ਨਾ, ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਖੋਜ ਸੀਗੀ। ਅਮਰਤਿਆ ਸੇਨ ਦਾ ਨਾਮ ਆਉਂਦਾ, ਕੁਮਾਰ ਸੇਨ ਵੀ ਕਹਿ ਦਿੰਦੇ ਨੇ, 1998 ਦੇ ਵਿੱਚ ਜਿੱਤਦੇ ਨੇ। ਅਰਥ ਸ਼ਾਸਤਰੀ ਸੀਗੇ ਅਤੇ ਇਹਨਾਂ ਨੇ ਵੈਲਫੇਅਰ ਇਕਨੋਮਿਕਸ, ਠੀਕ ਹੈ, ਕਿਵੇਂ ਲੋਕਾਂ ਦੇ ਇਕਨੋਮਿਕਸ ਕਿਵੇਂ ਲੋਕਾਂ ਦੇ ਵੈਲਫੇਅਰ ਲਈ ਮਤਲਬ ਚੰਗੀ ਸਾਬਿਤ ਹੋ ਸਕਦੀ ਹੈ, ਇਸ ਚੀਜ਼ ਨੂੰ ਲੈ ਕੇ ਇਹਨਾਂ ਦਾ ਕੰਮ ਸੀਗਾ। ਵੈਂਕਟਾ ਰਮਨ, ਠੀਕ ਹੈ, ਵੈਂਕਟਾ ਰਮਨ ਅਲੱਗ ਹੈ, ਸੀ ਵੀ ਰਮਨ ਅਲੱਗ ਹੈ, ਦੋਨਾਂ ਨੂੰ ਕਨਫਿਊਜ਼ ਨਾ ਕਰ ਦਿਓ।
ਵੈਂਕਟਰਾਮਨ ਨੇ ਤਾਂ 2009 'ਚ ਜਿੱਤਿਆ ਸੀ ਰਸਾਇਣਿਕ ਵਿਗਿਆਨ ਦੇ ਵਿੱਚ। ਇਹਨੇ ਰਾਈਬੋਜ਼ੋਮ ਜਿਹੜੇ ਹੁੰਦੇ ਨੇ ਸਾਡੇ, ਉਹਨਾਂ ਦੀ ਸਟਰਕਚਰ 'ਤੇ ਕੰਮ ਕੀਤਾ ਸੀ, ਉਹਨਾਂ ਦੀ ਬਣਤਰ 'ਤੇ ਕੰਮ ਕੀਤਾ ਸੀਗਾ ਬੇਸਿਕਲੀ। ਤਾਂ ਇਹ ਹੋ ਗਿਆ ਵੈਂਕਟਰਾਮਨ ਬਾਰੇ। ਕੈਲਾਸ਼ ਸਤਿਆਰਥੀ, ਠੀਕ ਹੈ, ਅਤੇ ਇਹਨਾਂ ਦਾ ਬਚਪਨ ਬਚਾਓ ਹੈ ਨਾ ਬੜਾ ਮਸ਼ਹੂਰ ਹੈ, ਜਿਹੜੇ ਇਹਨਾਂ ਨੇ ਉਹ NGO ਬਣਾਇਆ ਹੋਇਆ, ਠੀਕ ਹੈ। ਤਾਂ ਉਹ ਉਹਦੇ ਲਈ ਜ਼ਿਆਦਾ ਫੇਮਸ ਨੇ ਇਹ। ਤਾਂ ਇਹਨਾਂ ਨੂੰ 2014 ਦੇ ਵਿੱਚ ਸ਼ਾਂਤੀ ਦਿੱਤਾ ਸੀ, ਕਿਉਂਕਿ ਬੱਚਿਆਂ ਨੂੰ ਜਿਹੜੇ ਜਿਵੇਂ ਕਿਸੇ ਨੂੰ ਭੀਖ ਮੰਗਣ ਲਾਇਆ ਹੁੰਦਾ, ਬੱਚਿਆਂ ਨੂੰ ਕਿਡਨੈਪ ਕਰਕੇ ਉਹਨਾਂ ਨੂੰ ਬਚਾ ਕੇ ਕਬਜ਼ੇ ਛਡਵਾ ਕੇ ਰੀਹੈਬਲੀਟੇਸ਼ਨ ਸੈਂਟਰ 'ਚ ਛੱਡ ਕੇ ਪੜ੍ਹਾਈ ਵੱਲ ਮੋੜਨਾ, ਇਸ ਪੱਖ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਕੈਲਾਸ਼ ਸਤਿਆਰਥੀ ਜੀ ਨੇ, ਠੀਕ ਹੈ। ਤਾਂ ਇਹਨਾਂ ਨੂੰ 2014 ਦੇ ਵਿੱਚ ਸ਼ਾਂਤੀ ਪ੍ਰਾਈਜ਼ ਨਾਲ ਨਵਾਜਿਆ ਜਾਂਦਾ। ਇਹ ਉਹ ਭਾਰਤੀ ਸੀ ਜਿਨ੍ਹਾਂ ਨੂੰ ਜਿਹੜੇ ਜਿੱਤ ਚੁੱਕੇ ਨੇ। ਤੁਹਾਡੇ ਤੋਂ ਇਹ ਸੀਕੁਐਂਸ 'ਚ ਵੀ ਲਵਾਏ ਜਾ ਸਕਦੇ ਨੇ ਵੀ ਪਹਿਲਾਂ ਕਿਹਨੂੰ ਮਿਲਿਆ, ਫਿਰ ਕਿਹਨੂੰ ਮਿਲਿਆ, ਫਿਰ ਕਿਹਨੂੰ ਮਿਲਿਆ, ਇਹਨੂੰ ਤਰਤੀਬ 'ਚ ਲਾਓ, ਠੀਕ ਆ, ਸਾਲਾਂ ਦੇ ਹਿਸਾਬ ਨਾਲ। ਤੁਹਾਡੇ ਤੋਂ ਇਹ ਸਵਾਲ PPSC ਦਾ ਫੇਵਰੇਟ ਹੈ, ਐਵੇਂ ਲਵਾਉਣਾ, ਠੀਕ ਹੈ। ਦੂਜਾ ਸਵਾਲ ਤੁਹਾਡੇ ਤੋਂ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਆਹ 4 ਬੰਦੇ ਥੱਲੇ ਆਪਸ਼ਨਾਂ 'ਚ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚੋਂ ਕਿਹਨੂੰ ਨੋਬਲ ਪ੍ਰਾਈਜ਼ ਮਿਲਿਆ ਭਾਰਤੀ ਨੂੰ, ਕਿਹਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ। ਤਾਂ ਇਹ ਜਿਹੜੇ ਇਹ ਲੈਵਲ ਦੇ ਸਵਾਲ ਨੇ, ਇਹ ਲੈਵਲ ਦੇ ਸਵਾਲ ਤੁਹਾਡੇ PPSC ਲਈ ਬਹੁਤ ਇੰਪੋਰਟੈਂਟ ਨੇ। ਜਿਹੜੇ ਡਾਇਰੈਕਟ ਫੈਕਚੁਅਲ ਸਵਾਲ ਨੇ ਉਹ PSSB ਲਈ ਇੰਪੋਰਟੈਂਟ ਨੇ। ਤਾਂ ਲੈਕਚਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਾਂ ਇਕੱਲਾ PSSB ਲਈ ਹੈ ਜਾਂ PPSC ਲਈ ਹੈ। ਇਟ ਇਜ਼ ਇਕੁਅਲੀ ਗੁੱਡ ਫॉर ਬੋਥ, ਦੋਨਾਂ ਦੇ ਲਈ ਹੀ ਤੁਹਾਡੇ ਕੰਮ ਆਉਣ ਵਾਲਾ ਲੈਕਚਰ ਹੈ। ਸੋ ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲ ਜਿਹੜੀ ਗੱਲ ਬਣਦੀ ਹੈ ਫਿਰ ਅਭਿਜੀਤ ਬੈਨਰਜੀ, ਜਿਨ੍ਹਾਂ ਨੇ ਹੁਣੀ 2019 'ਚ ਜਿੱਤਿਆ ਸੀਗਾ। ਇਹਨਾਂ ਨੇ ਗਲੋਬਲ ਪੋਵਰਟੀ ਨੂੰ ਲੈ ਕੇ ਬਹੁਤ ਕੰਮ ਕੀਤਾ ਸੀਗਾ ਕਿ ਗਰੀਬੀ ਗਲੋਬਲ ਲੈਵਲ 'ਤੇ ਗਰੀਬੀ ਨੂੰ ਕਿਵੇਂ ਹੈ ਨਾ ਕੱਢਿਆ ਜਾਵੇ, ਲੋਕਾਂ ਨੂੰ ਗਰੀਬੀ ਦੇ ਵਿੱਚੋਂ। ਉਸ ਫੀਲਡ ਦੇ ਵਿੱਚ ਇਹਨਾਂ ਦਾ ਅਰਥ ਸ਼ਾਸਤਰੀ ਸੀ, ਬੇਸਿਕਲੀ ਇਕਨੋਮਿਕਸ ਦੇ ਵਿੱਚ ਜਿੱਤਿਆ। ਤਾਂ ਅਭਿਜੀਤ ਬੈਨਰਜੀ ਦਾ ਨਾਮ ਵੀ ਯਾਦ ਰੱਖ ਲਿਓ। ਇਹ ਤੋਂ ਇਲਾਵਾ ਬਹੁਤ ਸਾਰੇ ਨੋਮੀਨੀਜ਼ ਵੀ ਸੀ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। ਭਾਰਤ ਨੇ ਭੇਜੇ ਜ਼ਰੂਰ ਨਾਮ, ਪਰ ਜਿੱਤੇ ਨਹੀਂ। ਜਿਵੇਂ ਮੇਘਨਾਥ ਸਾਹਾ, ਇਹ ਮੈਂ ਤਾਂ ਲਿਖਤੇ ਕਿਉਂਕਿ ਇੱਕ ਸਵਾਲ ਐਵੇਂ ਬਹੁਤ ਬਣਦੇ ਨੇ ਕਿ ਮੇਘਨਾਥ ਸਾਹਾ ਜਿਹੜੀ ਇੱਕ ਫੇਮਸ ਪਰਸਨੈਲਿਟੀ ਸੀ, ਉਹ ਕਿਸ ਚੀਜ਼ ਨਾਲ ਸੰਬੰਧਿਤ ਸੀ। ਤਾਂ ਤੁਹਾਨੂੰ ਪਤਾ ਹੋਵੇ ਕਿ ਉਹ ਫਿਜ਼ਿਕਸ, ਭੌਤਿਕ ਵਿਗਿਆਨ ਦੇ ਫੀਲਡ ਦੇ ਵਿੱਚ ਸਾਇੰਟਿਸਟ ਸੀਗੇ। ਹੋਮੀ ਜਹਾਂਗੀਰ ਬਾਬਾ, ਠੀਕ ਹੈ, ਹੋਮੀ ਭਾਭਾ ਦਾ ਨਾਮ ਤੁਸੀਂ ਨੇ ਸੁਣਿਆ ਹੋਊਗਾ, ਠੀਕ ਹੈ। ਤਾਂ ਹੋਮੀ ਭਾਭਾ ਨੇ ਬੇਸਿਕਲੀ ਭਾਭਾ ਸਕੈਟਰਿੰਗ, ਇਹ ਫਿਜ਼ਿਕਸ ਦੇ ਸੀ। ਇਹ ਵੀ ਹੋਮੀ ਭਾਭਾ ਦਾ ਤਾਂ ਬਹੁਤ ਨਾਮ ਆਗਾ, ਤੁਹਾਨੂੰ ਪਤਾ ਹੋਊਗਾ ਕਿ ਏਅਰਪਲੇਨ ਕ੍ਰੈਸ਼ ਦੇ ਵਿੱਚ ਮਾਰੇ ਗਏ ਸੀ। ਨਹੀਂ, ਇਹਨਾਂ ਦੀ ਮੌਤ ਹੀ ਇੱਕ ਕਾਰਨ ਸੀ ਕਿ ਸਾਡਾ ਜਿਹੜਾ ਸਾਇੰਸ ਪ੍ਰੋਗਰਾਮ ਮਿਜ਼ਾਈਲਾਂ ਨੂੰ ਲੈ ਕੇ ਇਸ ਫੀਲਡ 'ਚ DRDO ਵਾਲੇ ਫੀਲਡ 'ਚ ਅਸੀਂ ਪਿੱਛੇ ਰਹਿ ਗਏ, ਬਹੁਤ ਲੇਟ ਅਸੀਂ ਤਰੱਕੀ ਕਰ ਪਾਏ। ਜੇ ਬੰਦਾ ਰਹਿੰਦਾ ਤਾਂ ਅਸੀਂ ਬਹੁਤ ਛੇਤੀ, ਮੇਨਲੀ ਤਾਂ ਉਹ ਸੀਗਾ ਜਿਹੜੇ ਨਿਊਕਲੀਅਰ ਰਿਐਕਟਰ ਪ੍ਰੋਗਰਾਮ ਸੀ। ਜਿਹੜੇ ਨਿਊਕਲੀਅਰ ਰਿਐਕਟਰ ਪ੍ਰੋਗਰਾਮ ਨੇ ਨਾ, ਮਤਲਬ ਨਿਊਕਲੀਅਰ ਰਿਐਕਟਰਾਂ 'ਚ ਅਸੀਂ ਹਲੇ ਵੀ ਇੰਨਾ ਅੱਗੇ ਨਹੀਂ ਆ ਪਾਏ। ਕਿਸੇ ਦਿਨ ਉਹਦੇ ਜ਼ਿਕਰ ਕਰਾਂਗੇ ਜਦੋਂ ਨਿਊਕਲੀਅਰ ਰਿਐਕਟਰ ਨੂੰ ਆਪਾਂ ਪੜ੍ਹਿਆ ਕਿ ਹੋਮੀ ਜੇ ਭਾਭਾ ਨੇ ਕਿਹੜੀ ਖੋਜ ਭਾਰਤ ਨੂੰ ਕਰਕੇ ਦੇ ਰਹੇ ਸੀ। ਇਹਨਾਂ ਦਾ ਉਹ ਪ੍ਰੋਗਰਾਮ ਸੀ 3 ਸਟੇਜ ਪ੍ਰੋਗਰਾਮ, ਜਿਹਦੇ ਤਹਿਤ ਬਹੁਤ ਛੇਤੀ ਅਸੀਂ ਤਰੱਕੀ ਕਰ ਸਕਦੇ ਸੀ। ਪਰ ਸ਼ਾਇਦ ਮੰਨਿਆ ਇਹ ਜਾਂਦਾ ਵੀ ਕੋਈ US ਜਾਂ ਕੋਈ ਇਹੋ ਜਿਹੇ ਦੇਸ਼ ਹੀ ਇਹਦੇ ਪਿੱਛੇ ਸੀ ਇਹਨਾਂ ਦੀ ਮੌਤ ਦੇ, ਕਿਉਂਕਿ ਉਹਨਾਂ ਟਾਈਮਾਂ 'ਤੇ ਉਹਨਾਂ ਨਾਲ ਸਾਡੇ ਸੰਬੰਧ ਕੋਈ ਵਾਲੇ ਚੰਗੇ ਨਹੀਂ ਸੀ। ਸਤੇਂਦਰ ਨਾਥ ਬੋਸ, ਇਹ ਵੀ ਫਿਜ਼ਿਕਸ ਦੇ ਫੀਲਡ 'ਚ ਹੀ ਸੀਗੇ। N ਰਾਮਾ ਚੰਦਰਨ ਦਾ ਨਾਮ ਕੈਮਿਸਟਰੀ ਦੇ ਫੀਲਡ ਦੇ ਵਿੱਚ ਮਸ਼ਹੂਰ ਸੀ, ਠੀਕ ਹੈ। ਇਹ R ਸ਼ਹਿਦਰੀ, ਇਹ ਵੀ ਕੈਮਿਸਟਰੀ ਦੇ ਸੀ। ਮਤਲਬ ਇਹ ਉਹ ਨਾਮ ਨੇ ਜਿਹੜੇ ਨਾਮਜ਼ਦ, ਜਿਨ੍ਹਾਂ ਨੂੰ ਭਾਰਤ ਨੇ ਨੋਮੀਨੇਟ ਕੀਤਾ ਸੀ ਵੀ ਇਹਨਾਂ ਨੂੰ ਮਿਲਣਾ ਚਾਹੀਦਾ। ਰਵਿੰਦਰਨਾਥ ਦੱਤਾ, ਇਹ ਰਵਿੰਦਰਨਾਥ ਟੈਗੋਰ ਨਹੀਂ, ਉਹਨਾਂ ਦਾ ਭਾਈ ਸੀ ਰਵਿੰਦਰਨਾਥ ਦੱਤਾ, ਇਹਦਾ ਵੀ ਨਾਮ ਲਿਟਰੇਚਰ ਦੇ ਫੀਲਡ 'ਚ ਭੇਜਿਆ ਸੀ। S ਰਾਧਾ ਕ੍ਰਿਸ਼ਨਨ ਦਾ ਲਿਟਰੇਚਰ ਦੇ ਫੀਲਡ 'ਚ ਨਾਮ ਗਿਆ। ਅਰਵਿੰਦੋ ਘੋਸ਼ ਦਾ ਨਾਮ ਭੇਜਿਆ ਗਿਆ। ਅਤੇ ਸਭ ਤੋਂ ਬੜੀ ਉਹਦੇ ਵਾਲੀ ਗੱਲ ਹੈ ਕਿ ਮਹਾਤਮਾ ਗਾਂਧੀ ਦਾ ਨਾਮ 5 ਵਾਰ ਨੋਮੀਨੇਟ ਕੀਤਾ ਜਾ ਚੁੱਕਿਆ ਸ਼ਾਂਤੀ ਪੁਰਸ ਪ੍ਰਾਈਜ਼ ਲਈ, ਜਿਹੜਾ ਸ਼ਾਂਤੀ ਦਾ ਪ੍ਰਾਈਜ਼ ਹੈ ਨੋਬਲ, ਪਰ ਨਹੀਂ ਦਿੱਤਾ ਉੱਥੋਂ ਦੀ ਕਮੇਟੀ ਨੇ, ਮਤਲਬ ਕਿਉਂਕਿ ਉਹਨਾਂ ਦਾ ਉਹੀ ਫੰਡਾ ਆ ਜਾਂਦਾ ਕਿ ਮਰਨ ਉਪਰੰਤ ਅਸੀਂ ਨਹੀਂ ਦੇਵਾਂਗੇ। ਤਾਂ ਇਹ ਇੰਨੇ ਵਾਰ ਮਤਲਬ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਨੋਮੀਨੇਸ਼ਨ ਮਿਲ ਚੁੱਕੀ ਹੈ। ਤਾਂ ਇੱਥੇ ਤੱਕ ਆਪਣਾ ਸੀਗਾ ਪਾਰਟ ਸਟੈਟਿਕ ਵਾਲਾ, ਕਿ ਸਟੈਟਿਕ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਡਿਸਕਸ ਕੀਤੀਆਂ ਨੋਬਲ ਪ੍ਰਾਈਜ਼ ਨੂੰ ਲੈ ਕੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਨੋਬਲ ਪ੍ਰਾਈਜ਼ 2022 ਦੇ ਜਿਹੜੇ ਜੇਤੂ ਨੇ, ਕਿ ਉਹਨਾਂ ਨੇ ਇਹੋ ਜਿਹੇ ਕਿਹੜੇ ਝੰਡੇ ਗੱਡੇ ਨੇ ਜਿਹਦੇ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਨਾਲ ਨਵਾਜਿਆ ਗਿਆ। ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਆਉਂਦਾ ਜੀ ਫਿਜ਼ੀਓਲੋਜੀ ਜਾਂ ਫਿਰ ਮੈਡੀਸਨ ਦੇ ਫੀਲਡ ਦੇ ਵਿੱਚ। ਸੋ ਨਾਮ ਹੈਗਾ ਸਵਾਂਤੇ ਪਾਬੋ ਨੇ ਇਹ ਜਿੱਤਿਆ, ਠੀਕ ਹੈ। ਸਵੀਡਨ ਦਾ ਹੀ ਹੈ ਇਹ ਬੰਦਾ, ਜੈਨੇਟਿਕਸਿਸਟ ਹੈ, ਠੀਕ ਹੈ। ਜੈਨੇਟਿਕਸ 'ਤੇ ਕੰਮ ਕਰਦਾ ਬੇਸਿਕਲੀ। ਜੈਨੇਟਿਕਸ ਸਮਝਦੇ ਹੋ ਜਿਵੇਂ ਵੀ ਸਾਡੇ ਪੂਰਵਜ ਕੌਣ ਸੀਗੇ, ਉਦੋਂ ਬਾਅਦ ਪਹਿਲਾਂ ਬਾਂਦਰ ਸੀ, ਫਿਰ ਆਹ ਬਣਿਆ, ਫਿਰ ਉਹ ਬਣਿਆ, ਮਤਲਬ ਐਵੇਂ ਜੈਨੇਟਿਕਸ ਦੇ ਉੱਤੇ ਕੰਮ ਕੀਤਾ। ਇਹਨੇ ਡਿਸਕਵਰੀ ਕੀ ਕੀਤੀ ਹੈ, ਇਹਨੇ ਖੋਜ ਕੀ ਕੀਤੀ ਹੈਗੀ, ਇਹਨੇ ਵਿਪਲੁਪਤ ਹੋਏ ਹੋਮੀਨੀਨਾਂ ਅਤੇ ਮਨੁੱਖੀ ਵਿਕਾਸ ਦੇ ਜੀਨੋਮ ਬਾਰੇ ਆਪਣੀਆਂ ਖੋਜਾਂ ਲਈ ਜਿੱਤਿਆ ਇਹ। ਸਮਝ ਨਹੀਂ ਲੱਗੂਗੀ ਗੱਲ, ਅੱਗੇ ਸਮਝਦੇ ਹਾਂ ਆਪਾਂ। ਦੇਖੋ ਆਹ ਬੰਦਾ ਹੈ, ਤੁਸੀਂ ਦੇਖ ਸਕਦੇ ਹੋ ਸਵਾਂਤੇ ਪਾਬੋ,
ਤਾਂ ਸਮਾਂਤੇ ਪਾਬੋ ਪਹਿਲਾਂ ਤਾਂ ਨਾਮ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਲਈ ਯਾਦ, ਐਵੇਂ ਵੀ ਸਵਾਲ ਬਣ ਸਕਦਾ। ਇਹਨੇ ਇੱਕ ਨਵੀਂ ਫੀਲਡ ਚਲਾਤੀ, ਜਿਵੇਂ ਕੈਮਿਸਟਰੀ ਇੱਕ ਫੀਲਡ ਹੈ, ਠੀਕ ਹੈ, ਆਪਾਂ ਕਹਿ ਲਈਏ ਫਿਜ਼ਿਕਸ ਇੱਕ ਫੀਲਡ ਹੈ। ਐਵੇਂ ਹੀ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਪਾਲੀਓਜੀਨੋਮਿਕਸ, ਇਹਦਾ ਮਤਲਬ ਕੀ ਹੁੰਦਾ? ਪਾਲੀਓਜੀਨੋਮਿਕਸ ਦਾ ਮਤਲਬ ਹੁੰਦਾ ਸਟੱਡੀ ਆਫ ਏਂਸ਼ੀਐਂਟ ਹੋਮਿਨਿਨਸ ਬਾਈ ਐਕਸਟਰੈਕਟਿੰਗ ਦੇਅਰ DNA। ਮਤਲਬ ਪੁਰਾਣੇ ਸਦੀਆਂ ਪੁਰਾਣੀਆਂ ਖੋਪੜੀਆਂ ਜਿਹੜੀਆਂ ਕਿ ਦਬੀਆਂ ਪਈਆਂ ਸੀ, ਉਹਨਾਂ ਨੂੰ ਕੱਢ ਕੇ ਉਹਨਾਂ ਦੇ DNA ਦੇ ਉੱਤੇ ਸਟੱਡੀ ਕਰਨੀ, ਉਹਨਾਂ ਦਾ DNA ਕੱਢ ਕੇ ਪਤਾ ਲਵਾਉਣਾ ਵੀ ਇਹ ਹੋਣ ਵਾਲੇ ਮਨੁੱਖ ਨਾਲ ਇਹਦਾ ਕੀ ਸੰਬੰਧ ਹੈ। ਅੱਜ ਕੱਲ੍ਹ ਜਿਵੇਂ ਸਾਡਾ DNA ਕੱਢਿਆ, ਦੇਖੋ DNA ਕੀ ਚੀਜ਼ ਹੁੰਦੀ ਹੈ? DNA ਉਹ ਚੀਜ਼ ਹੈ ਜਿਹਦੇ ਨਾਲ ਅਸੀਂ ਕੋਈ ਵੀ ਕਾਰਵਾਈ ਪਾਉਂਦੇ ਹਾਂ। ਕੋਈ ਵੀ ਕਾਰਵਾਈ ਮਤਲਬ ਜਿਵੇਂ ਮੈਂ ਆਪਣੇ ਮਾਂ ਪਿਓ ਵਰਗਾ ਕਿਉਂ ਦਿਖਦਾ, ਜਾਂ ਫਿਰ ਮੇਰੀਆਂ ਹਰਕਤਾਂ ਇਹੋ ਜਿਹੀਆਂ ਕਿਉਂ ਨੇ, ਇਹਨਾਂ ਨੂੰ ਮੈਂ ਚੇਂਜ ਕਰ ਸਕਦਾ, ਮੇਰੇ ਬਿਹੇਵੀਅਰ ਨੂੰ ਜੇ ਮੇਰੇ ਅੰਦਰਲਾ DNA ਬਦਲ ਦਿੱਤਾ ਜਾਵੇ, ਉਹ DNA ਪਾ ਦਿੱਤਾ ਜਾਵੇ, ਜਿਹੋ ਜਿਹਾ ਕੁਛ ਵੀ ਕਰਵਾਉਣਾ, ਵੀ ਮੈਂ ਕ੍ਰਿਕਟ ਨਾ ਵਧੀਆ ਖੇਡਦਾ ਹੋਵਾਂ, ਮੈਂ ਚਾਹਾਂ ਕਿ ਸਚਿਨ ਵਰਗਾ ਕ੍ਰਿਕਟ ਖੇਡਾਂ, ਤਾਂ ਮੇਰੇ ਲਈ ਜੇ ਉਹੇ ਜਿਹੇ DNA ਮੇਰੇ 'ਚ ਚੇਂਜ ਕਰ ਦਿੱਤੇ ਜਾਣ ਤਾਂ ਮੈਂ ਸਚਿਨ ਵਰਗੀ ਕ੍ਰਿਕਟ ਖੇਡਣ ਲੱਗ ਜੂੰਗਾ। ਮਤਲਬ ਜੋ ਵੀ ਉਹ ਕਰੈਕਟਰਿਸਟਿਕਸ ਜੋ ਤੁਹਾਡੀਆਂ ਹੈਗੀਆਂ ਨੇ, ਜੋ ਤੁਸੀਂ ਉਹ ਕਰਦੇ ਹੋ, ਉਹ ਤੁਹਾਡੇ DNA 'ਤੇ ਨਿਰਭਰ ਨੇ। ਅਤੇ ਉਹੀ DNAਆਂ ਦੇ ਉੱਤੇ ਦੀ ਸਟੱਡੀ ਹੈ, ਪਰ ਪੁਰਾਣੇ ਏਂਸ਼ੀਐਂਟ ਕੱਢ ਕੇ, ਜਿਹੜਾ ਜਿਵੇਂ ਤੁਸੀਂ ਜਾਣਦੇ ਹੋ ਖੁਦਾਈਆਂ ਥੱਲੇ ਹੁੰਦੀਆਂ ਨੇ ਨਾ, ਹੜੱਪਨ ਸਿਵਲਾਈਜੇਸ਼ਨ ਲੱਭੀ, ਫਲਾਣਾ ਲੱਭੀ, ਤਾਂ ਉਹਨਾਂ ਦੇ DNA ਦੇ ਉੱਤੇ ਇਸ ਬੰਦੇ ਦੀ ਸਟੱਡੀ ਸੀ। ਫਿਰ ਇਹਦਾ ਕੀ ਕਹਿਣਾ? ਦੇਖੋ ਬੇਸਿਕਲੀ ਨਾ, ਜਿਵੇਂ ਆਹ ਜਿਹੜੇ ਤੁਸੀਂ ਨਾਮ ਸੁਣ ਰਹੇ ਹੋ ਵਿੱਚ, ਠੀਕ ਹੈ, ਆ ਪਿੱਛੇ ਆਪਣੇ ਕੋਲ ਆਏ ਸੀਗੇ, ਤਾਂ ਇਹ ਇਸ ਤਰੀਕੇ ਨਾਲ ਮੰਨਿਆ ਜਾਂਦਾ ਕਿ ਹਿਊਮਨ ਨੇ ਡਿਵੈਲਪਮੈਂਟ ਕੀਤੀ। ਸਭ ਤੋਂ ਪਹਿਲਾਂ ਜਿਵੇਂ ਬਾਂਦਰ ਵਰਗਾ ਜਿਹੜਾ ਦਿਖਦਾ ਸੀ, ਆਸਟ੍ਰੇਲੋਪੀਥੀਕਸ ਰੋਬੋਟਸ ਹੁੰਦੇ ਸੀ, ਫਿਰ ਹੋਮੋ ਹੈਬਿਲਿਸ ਸੀ, ਫਿਰ ਹੋਮੋ ਇਰੈਕਟਸ ਸੀ, ਹੋਮੋਸੇਪੀਅਨ ਤੁਸੀਂ ਸੁਣਿਆ ਹੋਊ, ਠੀਕ ਹੈ। ਆਹ ਹੋਮੋਸੇਪੀਅਨ ਆ ਜਿਹੜਾ ਹੁਣ ਤੱਕ ਦਾ ਸਭ ਤੋਂ ਲੇਟੈਸਟ ਇਹ ਮੰਨਿਆ ਜਾਂਦਾ ਕਿ ਹੋਮੋਸੇਪੀਅਨ ਮਤਲਬ ਲੇਟੈਸਟ ਸਾਡੀ ਉਹ ਸੀ ਜਿਹ ਤੋਂ ਬੰਦਾ ਬਣਿਆ, ਪਿਛਲੀ ਸਟੇਜ ਸੀ। ਉਸ ਤੋਂ ਪਿਛਲੀ ਸਟੇਜ ਨੂੰ ਨੈਂਡਰਥਲਸ ਕਿਹਾ ਜਾਂਦਾ, ਕਿ ਨੈਂਡਰਥਲ ਸੀ ਉਸ ਤੋਂ ਪਿਛਲੀ ਸਟੇਜ, ਠੀਕ ਹੈ। ਤਾਂ ਹੁਣ ਇਹਨੇ ਕੀ ਖੋਜ ਕੀਤੀ ਇਸ ਬੰਦੇ ਨੇ, ਆਪਾਂ ਉਹਦੇ 'ਤੇ ਚੱਲਦੇ ਹਾਂ। ਤਾਂ ਇਹਨੇ ਕੀ ਕੀਤਾ, ਕਹਿੰਦਾ ਸਾਂਤੋ ਪਾਬਲੋ ਨੇ DNA ਦਾ ਯੂਜ਼ ਕਰਕੇ ਇਹ ਐਗਜ਼ਾਮਿਨ ਕੀਤਾ ਕੁਐਸਚਨਸ ਨੂੰ ਕਿ ਪੁਰਾਣੇ ਹਿਊਮਨ ਸਪੀਸ਼ੀਜ਼ ਦਾ ਹੁਣ ਵਾਲਿਆਂ ਨਾਲ ਕੀ ਸੰਬੰਧ ਹੈ। ਫਿਰ ਇਹਨੇ ਕੀ ਪ੍ਰੂਵ ਕਰ ਪਾਇਆ, ਕੀ ਸਾਬਿਤ ਕਰ ਪਾਇਆ ਕਿ ਜਿਹੜੇ ਨੈਂਡਰਥਲ ਸੀਗੇ ਉਹ ਕਜ਼ਨ ਹਿਊਮਨ ਸਪੀਸ਼ੀਜ਼ ਸੀਗੀਆਂ ਸਾਡੀਆਂ। ਮੈਂ ਤੁਹਾਨੂੰ ਪਿੱਛੇ ਦਿਖਾਇਆ ਨਾ, ਆਹ ਨੈਂਡਰਥਲ ਨੇ, ਆਹ ਵਾਲੇ। ਉਦੋਂ ਬਾਅਦ ਹੋਮੋਸੇਪੀਅਨ ਸਟੇਜ ਆਈ ਹੈ। ਤਾਂ ਇਹਨੇ ਕੀ ਪਤਾ ਲਵਾਇਆ ਵੀ ਜਿਹੜੇ ਨੈਂਡਰਥਲ ਸੀਗੇ, ਠੀਕ ਹੈ, ਜਿਹੜੇ 10,000 ਸਾਲ ਪਹਿਲਾਂ ਹੋਏ ਸੀਗੇ, ਠੀਕ ਹੈ, ਉਹਨਾਂ ਦਾ ਜਿਹੜੇ ਇਹਨੇ ਹੋਮੀਨੀਨ ਪਤਾ ਲਾਏ ਨੇ, ਇਹਨਾਂ ਦਾ ਆਪਸ 'ਚ ਸੰਬੰਧ ਬਹੁਤ ਸੀਗਾ। ਮਤਲਬ ਇਹਨਾਂ ਦਾ ਆਪਸ ਦੇ ਵਿੱਚ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ, ਮਤਲਬ ਇਹਨਾਂ ਦਾ ਉਹਨੇ ਇਹ ਪਤਾ ਲਗਾਇਆ ਕਿ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਸੀ, ਇਹ ਆਪਸ 'ਚ ਇੰਟਰਬਰੀਡ ਕਰਦੇ ਸੀ। ਉਹਨੇ ਨਾ ਜਿਹੜੀ ਨਵੀਂ ਚੀਜ਼ ਉਹਨੂੰ ਇੱਕ ਕੇਵ ਦੇ ਵਿੱਚੋਂ ਨਾ, ਗੁਫਾ ਦੇ ਵਿੱਚੋਂ ਇੱਕ ਉਹ ਲੱਭੀ, ਡਿਸਕਵਰ ਕੀਤੀ ਉਹਨੇ ਫਿੰਗਰ, ਠੀਕ ਹੈ। ਅਤੇ ਉਹਨੇ ਕੀ ਕੀਤਾ, ਆਹ ਦੇਖੋ ਇੱਥੇ ਲਿਖਿਆ ਹੋਇਆ ਕਿ ਆਫਟਰ ਐਨਾਲਾਈਜ਼ਿੰਗ ਦਾ 40,000 ਪੁਰਾਣੀ ਇੱਕ ਫਿੰਗਰ ਲੱਭੀ, ਉਹਦੀ ਹੱਡੀ ਲੱਭੀ ਉਹਨੂੰ, ਜਿਹਦਾ ਉਹਨੇ ਉਦੋਂ ਬਾਅਦ ਮਤਲਬ DNA ਵਗੈਰਾ ਕੱਢਿਆ। ਉੱਥੋਂ ਇਹਨੂੰ ਪਤਾ ਲੱਗਿਆ ਵੀ ਜਿਹੜੀ ਇਹ ਹੱਡੀ ਹੈ ਇੱਕ ਨਵੀਂ ਸਪੀਸੀਜ਼ ਨੂੰ ਬਿਲੋਂਗ ਕਰਦੀ ਹੈ, ਜਿਹਨੂੰ ਉਹਨੇ ਨਾਮ ਦਿੱਤਾ ਡੈਨੀਸੋਵਾ। ਡੈਨੀਸੋਵਾ ਦਾ ਨਾਮ ਦਿੱਤਾ ਉਸ ਬੰਦੇ ਨੇ ਉਸ ਸਪੀਸ਼ੀਜ਼ ਨੂੰ। ਔਖਾ ਥੋੜ੍ਹਾ, ਤੁਸੀਂ ਸਿਰਫ ਟਰਮਾਂ ਨੋਟ ਰੱਖੋ, ਡੈਨੀਸੋਵਾ ਫਲਾਣਾ, ਕਿਉਂਕਿ ਐਂ ਡਾਇਰੈਕਟ ਉੱਥੋਂ ਹੀ ਸਵਾਲ ਬਣ ਸਕਦਾ। ਅਸੀਂ ਇਹਦੇ 'ਤੇ PhD ਤਾਂ ਕਰਨੀ ਨਹੀਂ ਹੈਗੀ, ਤਾਂ ਮੋਟੇ ਮੈਂ ਐਂਡ 'ਤੇ ਤੁਹਾਨੂੰ ਓਵਰਆਲ ਆਈਡੀਆ ਵੀ ਦਊਂਗਾ ਵੀ ਕੀ ਚੀਜ਼ ਸਾਡੇ ਦਿਮਾਗ 'ਚ ਰਹਿਣੀ ਚਾਹੀਦੀ ਆ। ਉੱਥੋਂ ਇਹਨੇ ਇਹ ਡਿਸਕਵਰ ਕੀਤਾ ਵੀ ਜਿਹੜਾ ਜਿਹੜੀ ਪਹਿਲੀ ਵਾਰ ਇਹਨੇ ਲੱਭੀ ਹੋਈ ਨਵੀਂ ਸਪੀਸ਼ੀਜ਼ ਸੀ ਦਾ ਜਿਹੜਾ DNA ਹੈ, ਉਹ DNA ਜੋ ਅਸੀਂ ਹਿਊਮਨਸ ਹਾਂ, ਸਾਡੇ DNA ਨਾਲ ਕਾਫੀ ਮੈਚ ਖਾਂਦਾ। ਉਹਨੇ ਦੇਖਿਆ ਕਿ ਕਾਫੀ, ਜਿਵੇਂ ਪਹਿਲਾਂ ਇਹ ਦੇਖਿਆ ਗਿਆ ਸੀਗਾ ਕਿ ਯੂਰੇਸ਼ੀਆ ਵਾਲਾ ਜਿਹੜਾ ਪਾਸਾ, ਠੀਕ ਆ, ਯੂਰਪ ਅਤੇ ਏਸ਼ੀਆ ਵਾਲਾ ਵੈਸਟਰਨ, ਉੱਥੇ ਨੈਂਡਰਥਲ ਲੱਭੇ ਸੀ ਬਹੁਤ ਜ਼ਿਆਦਾ, ਠੀਕ ਹੈ। ਤਾਂ ਉੱਥੋਂ ਦੀ ਕੁਛ ਪਾਪੂਲੇਸ਼ਨ ਦੇ ਵਿੱਚ ਡੈਨੀਸੋਵਾ ਵੀ ਲੱਭੇ ਗਏ। ਇਹਦਾ ਮਤਲਬ ਇਹ ਹੋਇਆ ਵੀ ਜੇ ਇੱਥੇ ਇੱਕ ਤਰ੍ਹਾਂ ਦੇ ਬੰਦੇ ਰਹਿੰਦੇ ਨੇ, ਇੱਕ ਤਰ੍ਹਾਂ ਦੇ ਬੰਦੇ ਰਹਿੰਦੇ ਨੇ, ਅਤੇ ਆਹ ਬੰਦੇ ਜੇ ਇੱਥੇ ਵੀ ਪਾਏ ਗਏ, ਇਹਦਾ ਮਤਲਬ ਇਹਨਾਂ ਦਾ ਆਪਸ 'ਚ ਕੋਈ ਨਾ ਕੋਈ ਤਾਂ ਸੰਬੰਧ ਹੋਊਗਾ ਨਾ, ਤਾਂ ਹੀ ਇਹ ਇੱਥੇ ਜਾ ਕੇ, ਜੇ ਇਹਨਾਂ ਨੇ ਆਪਸ 'ਚ ਕਿਤੇ ਰੀਪਰੋਡਿਊਸ ਕੀਤਾ ਹੋਊਗਾ ਇੱਕ ਦੂਜੇ ਨਾਲ ਪ੍ਰਜਨਨ, ਤਾਂ ਹੀ ਕਿਤੇ ਜਾ ਕੇ ਇਸ ਸੇਮ ਪ੍ਰਜਾਤੀ ਵਾਲੇ ਬੰਦੇ ਇੱਥੇ ਵੀ ਬਣ ਪਾਏ ਨਾ। ਤਾਂ ਇਹ ਚੀਜ਼ ਇਹਦੀ ਖੋਜ ਦੇ ਵਿੱਚ ਆਈ। ਤਾਂ ਇਹਨੇ ਉਹੀ ਦੱਸਿਆ, ਜਿਵੇਂ ਕਹਿੰਦਾ ਜ਼ਿਆਦਾਤਰ ਜਿਵੇਂ ਹੋਮੋਸੇਪੀਅਨਸ ਇਸ ਏਰੀਏ ਦੇ ਵਿੱਚ ਰਹੇ, ਠੀਕ ਆ। ਸਾਡਾ ਭਾਰਤ ਹੈ, ਭਾਰਤ ਦੇ ਕੰਟੈਕਸਟ ਤੁਸੀਂ ਦੇਖ ਸਕਦੇ ਹੋ। ਫਿਰ ਇੱਥੇ ਨਾਲ ਲੱਗਦੇ ਹਿੱਸੇ 'ਚ ਡੈਨੀਸੋਵਾ, ਇੱਥੇ ਵੀ ਡੈਨੀਸੋਵਾ, ਮਤਲਬ ਐ ਬਿਖਰੇ ਹੋਏ ਸੀ। ਇਹਦਾ ਮਤਲਬ ਆਪਸ 'ਚ ਇਹਨਾਂ ਦਾ ਕੋਈ ਨਾ ਕੋਈ ਸੰਬੰਧ ਰਿਹਾ, ਇਹਦੀ ਖੋਜ ਸੀ। ਤਾਂ ਮੇਨਲੀ ਤੁਸੀਂ ਨੇ ਕੀ ਇਹਦੇ ਤੋਂ ਕੱਢਿਆ ਹੈ ਨਾ, ਵੀ ਇਸ ਬੰਦੇ ਨੇ ਇੱਕ ਤਾਂ ਤੁਹਾਨੂੰ ਨਵੀਂ ਟਰਮ ਜਿਹੜੀ ਪਤਾ ਲੱਗੀ, ਦੈਟ ਇਜ਼ ਦਿਸ ਪੈਲਿਓਜੀਨੋਮਿਕਸ।
ਜਿਹਦੇ ਵਿੱਚ ਪੁਰਾਣੀਆਂ ਜਿਹੜੀਆਂ ਐਂਸ਼ੀਅੰਟ ਹੋਮਿਨਿਨ ਲੱਭੀਆਂ ਤੁਸੀਂ ਉਹਨਾਂ ਦੇ DNA ਕੱਢ ਕੇ ਉਹਦੀ ਪੜ੍ਹਾਈ ਕਰਨੀ, ਉਹਨੂੰ ਆਪਾਂ ਬੋਲ ਦਿੰਦੇ ਹਾਂ, ਠੀਕ ਹੈ, ਪੈਲੀਓ ਜੈਨੋਮਿਕਸ। ਤਾਂ ਇਹ ਖੋਜ ਹੋ ਗਈ ਜੀ ਪਹਿਲੀ ਇਸ ਚੀਜ਼ ਨੂੰ ਲੈ ਕੇ। ਹੁਣ ਆਪਾਂ ਚੱਲਦੇ ਹਾਂ ਅੱਗੇ। ਦੂਜੀ ਜਿਹੜੀ ਪ੍ਰਾਈਜ਼ ਮਿਲਦਾ ਹੈ ਉਹ ਮਿਲਦਾ ਜੀ ਭੌਤਿਕ ਵਿਗਿਆਨ ਦੇ ਫੀਲਡ ਦੇ ਵਿੱਚ। ਭੌਤਿਕ ਵਿਗਿਆਨ ਮਤਲਬ ਫਿਜ਼ਿਕਸ। ਫਿਜ਼ਿਕਸ ਦੇ ਵਿੱਚ 3 ਬੰਦੇ ਨੇ, ਅਲੇਨ ਐਸਪੈਕਟ, ਜੌਨ ਐਫ ਕਲੌਜ਼ਰ ਅਤੇ ਤੀਜਾ ਹੈਗਾ ਐਂਟੋਨ ਜ਼ਿਲਿੰਗਰ। ਨਾਮ ਨੋਟ ਕਰ ਲਿਓ, ਅਲੇਨ ਐਸਪੈਕਟ, ਜੌਨ ਐਫ ਕਲੌਜ਼ਰ ਅਤੇ ਐਟਨ ਜ਼ਿਲਿੰਗਰ ਐਸਪੈਕਟ, ਠੀਕ ਹੈ। ਤਾਂ ਇਹ ਕੁਛ ਬੰਦੇ ਨੇ ਜਿਨ੍ਹਾਂ ਨੂੰ ਇਹ ਮਿਲਿਆ ਅਤੇ ਕਲੋਜ਼ਰ ਫਿਜ਼ਿਕਸ ਦੇ ਫੀਲਡ ਦੇ ਵਿੱਚ ਮਿਲਦਾ। ਇਹਨਾਂ ਨੇ ਕੁਆਂਟਮ ਐਂਟੈਂਗਲਮੈਂਟ 'ਤੇ ਕੰਮ ਕੀਤਾ। ਆਹ ਸ਼ਬਦ ਹੈ ਕੁਆਂਟਮ ਐਂਟੈਂਗਲਮੈਂਟ। ਕੀ ਹੁੰਦਾ ਇਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਆਂਟਮ ਐਂਟੈਂਗਲਮੈਂਟ ਅਸਲ ਦੇ ਵਿੱਚ ਹੈ ਕੀ ਹੈ। ਆਹ ਬੰਦੇ ਆ ਤੁਸੀਂ ਦੇਖ ਸਕਦੇ ਹੋ, ਜੌਨ ਐਫ ਕਲੌਜ਼ਰ ਹੈ, ਆਹ ਜ਼ਿਲਿੰਗਰ ਹੈ, ਤਾਂ ਅਲੇਨ ਐਸਪੈਕਟ ਹੈ। ਅਤੇ ਹੁਣ ਇੱਥੇ 2-3 ਟਰਮਾਂ ਸਾਡੇ ਲਈ ਬੜੀਆਂ ਮਹੱਤਵਪੂਰਨ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਦੇਖੋ, ਇੱਕ ਹੁੰਦਾ ਐਟਮ, ਹੈ ਨਾ, ਆਪਾਂ ਮੰਨਦੇ ਹਾਂ ਇੱਕ ਪਾਰਟੀਕਲ। ਐਟਮ ਤੋਂ ਵੀ ਛੋਟਾ ਜਿਹੜਾ ਪਾਰਟੀਕਲ ਸਾਡੇ ਕੋਲ ਜਾਂਦਾ ਉਹਨੂੰ ਅਸੀਂ ਕੀ ਬੋਲਦੇ ਹਾਂ ਬੇਸਿਕਲੀ। ਜੇ ਤੁਸੀਂ ਇੱਕ ਟਰਮ ਤੁਹਾਨੂੰ ਮੈਂ ਇੱਥੇ ਪੜ੍ਹਾਉਣਾ ਜਿੱਥੋਂ ਤੁਹਾਨੂੰ ਇੱਕ ਚੀਜ਼ ਦਾ ਆਈਡੀਆ ਹੋਏਗਾ, ਸਬ ਅਟੋਮਿਕ ਪਾਰਟੀਕਲਸ। ਸਬ ਅਟੋਮਿਕ ਪਾਰਟੀਕਲਸ ਜਾਂ ਉਪ ਪਰਮਾਣੂ, ਠੀਕ ਹੈ। ਐਟਮ ਪਰਮਾਣੂ ਵੀ ਵਾਹਾਂ ਕਿਤੋਂ ਬਣਿਆ ਹੋਇਆ, ਉਪ ਪਰਮਾਣੂਆਂ ਤੋਂ, ਉਹ ਤੋਂ ਵੀ ਛੋਟਾ ਹੇਠਾਂ ਚਲਿਆ ਗਿਆ। ਅਸੀਂ ਐਟਮਾਂ ਤੱਕ ਤਾਂ ਸਟੱਡੀ ਬਹੁਤ ਕੀਤੀ ਹੈ, ਠੀਕ ਹੈ, ਜਿਹਦੇ ਵਿੱਚ ਕਿੰਨੇ ਸਾਇੰਟਿਸਟ ਹੋਏ ਨੇ, ਹੈ ਨਾ, ਜਿਨ੍ਹਾਂ ਨੇ ਇਹਦੇ 'ਤੇ ਆਪਣੇ ਵੱਖਰੇ ਵੱਖਰੇ ਵਿਊਜ਼ ਦਿੱਤੇ ਨੇਗੇ। ਪਰ ਜਦੋਂ ਸਬ ਅਟੋਮਿਕ 'ਤੇ ਗੱਲ ਆਉਂਦੀ ਹੈ ਨਾ, ਇੱਥੇ ਆਇਨਸਟਾਈਨ ਵੀ ਮਤਲਬ ਇਸ ਚੀਜ਼ ਨੂੰ, ਇਹਨਾਂ ਦੀ ਜਿਹੜੀ ਖੋਜ ਹੈ ਉਹ ਇੱਕ ਆਇਨਸਟਾਈਨ ਨੂੰ ਵੀ ਗਲਤ ਸਾਬਿਤ ਕਰ ਗਈ। ਤਾਂ ਇਹ ਤਾਂ ਕਰਕੇ ਬੜੀ ਮਹੱਤਵਪੂਰਨ ਖੋਜ ਹੈ ਇਹ। ਉਸ ਦੌਰ ਦੇ ਵਿੱਚ ਜਦੋਂ ਆਇਨਸਟਾਈਨ ਹੋਇਆ, ਇਹ ਮੰਨਿਆ ਜਾਂਦਾ ਸੀ ਵੀ ਜਿਹੜੇ ਦੋ ਇੱਕੋ ਜਿਹੇ, ਜਿਵੇਂ ਹੁਣ ਆਹ ਫਰਜ਼ ਕਰੋ ਇੱਕ ਐਟਮ ਆ, ਇਹਦੇ ਦੋ ਇੱਕੋ ਜਿਹੇ 2 ਸਬ ਅਟੋਮਿਕ ਪਾਰਟੀਕਲ ਚੱਕ ਲਏ। ਇਹ ਕਹਿੰਦੇ 2 ਸਬ ਅਟੋਮਿਕ ਪਾਰਟੀਕਲ ਦਾ ਆਪਸ ਦੇ ਵਿੱਚ ਐਵੇਂ ਮੇਲ ਹੁੰਦਾ ਜਿਵੇਂ 2 ਜੁੜਵੇ ਭਾਈਆਂ ਦਾ ਹੋਵੇ। ਮਤਲਬ ਇਹ ਕਿੰਨੇ ਮਰਜ਼ੀ ਦੂਰ ਕਰ ਲਓ, ਇੱਕ ਨੂੰ ਤੁਸੀਂ ਚੰਡੀਗੜ੍ਹ 'ਚ ਬਿਠਾ ਲਓ, ਇੱਕ ਨੂੰ ਪਟਿਆਲੇ 'ਚ ਬਿਠਾ ਲਓ, ਇਹਦੇ 'ਤੇ ਜੋ ਤੁਸੀਂ ਇਫੈਕਟ ਪਾਓਗੇ ਉਹ ਇਫੈਕਟ ਇਹਦੇ 'ਤੇ ਵੀ ਸੇਮ ਉਵੇਂ ਹੀ ਪਊ। ਇਹਨਾਂ 'ਚ ਇੱਕ ਕੋਰਿਲੇਸ਼ਨ ਹੁੰਦੀ ਹੈ, ਠੀਕ ਹੈ। ਇਸ ਚੀਜ਼ ਨੂੰ ਉਸ ਦੌਰ ਦੇ ਸਾਇੰਟਿਸਟਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਆਇਨਸਟਾਈਨ ਦਾ ਕੱਦ ਬਹੁਤ ਵੱਡਾ ਸੀ। ਜਦੋਂ ਆਇਨਸਟਾਈਨ ਨੇ ਇਸ ਐਂਟੈਂਗਲਮੈਂਟ ਬੋਲਦੇ ਇਸ ਚੀਜ਼ ਨੂੰ, ਇਹਨੂੰ ਇੱਕ ਸਪੂਕੀ ਐਕਸ਼ਨ ਐਟ ਅ ਡਿਸਟੈਂਸ ਕਹਿਤਾ। ਉਹਨੇ ਇਹ ਬੋਲਤਾ ਵੀ ਇਹ ਤਾਂ ਇਹੋ ਜਿਹਾ ਕੁਛ ਨਹੀਂ ਹੁੰਦਾ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਪ੍ਰੂਵ ਹੀ ਨਹੀਂ ਕਰ ਪਾ ਰਹੇ ਤਾਂ ਤੁਸੀਂ ਕਿਵੇਂ ਇਸ ਚੀਜ਼ ਨੂੰ ਬੋਲ ਦੋਗੇ, ਹੈ ਨਾ। ਤਾਂ ਇਸ ਕਰਕੇ ਖਾਰਜ ਕਰ ਦਿੱਤਾ ਗਿਆ ਉਸ ਟਾਈਮ ਦੇ ਉੱਤੇ ਇਸ ਗੱਲ ਨੂੰ। ਅਤੇ ਇਹ ਇਸੇ ਨੂੰ ਹੀ ਬੋਲਿਆ ਜਾਂਦਾ ਕੁਆਂਟਮ ਐਂਟੈਂਗਲਮੈਂਟ। ਤਾਂ ਜੌਨ ਜਿਹੜਾ ਕਲੌਜ਼ਰ ਨਾਮ ਦਾ ਬੰਦਾ, ਇਹਨੇ ਕੀ ਕੀਤਾ, ਇੱਕ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਸੀਗਾ ਵੈੱਲ ਦੇ ਆਈਡੀਆ ਦੇ ਬੇਸ 'ਤੇ, ਪਰ ਇਹ ਜਿਹੜਾ ਇਹਦਾ ਐਕਸਪੈਰੀਮੈਂਟ ਸੀਗਾ, ਇਹਦੇ ਐਕਸਪੈਰੀਮੈਂਟ ਨੇ ਵੈੱਲ ਦੀ ਇਨਇਕੁਐਲਿਟੀ ਵਾਲੀ ਗੱਲ ਨੂੰ ਵਾਇਲੇਟ ਕਰਤਾ। ਹੁਣ ਇੱਕ ਨਵਾਂ ਕਰੈਕਟਰ ਆ ਗਿਆ ਵਿੱਚ, ਵੈੱਲ। ਸਵਾਲ ਪੁੱਛਿਆ ਜਾਊਗਾ ਕਿ ਵੈੱਲ ਥਿਊਰਮ, ਤੁਹਾਨੂੰ ਐਵੇਂ ਸਵਾਲ ਬਣ ਸਕਦਾ ਵੀ ਜਿਹੜੀ ਹੁਣ ਖੋਜ ਕੀਤੀ ਗਈ ਹੈ ਉਸ ਖੋਜ ਦੇ ਵਿੱਚ ਵੈੱਲ ਥਿਊਰਮ ਨੂੰ ਖਾਰਜ ਕਰ ਦਿੱਤਾ ਗਿਆ। ਵੈੱਲ ਨਾਮ ਦੇ ਸਾਇੰਟਿਸਟ ਨੇ 1960 ਦੇ ਵਿੱਚ ਇਸੇ ਚੀਜ਼ ਦੇ ਉੱਤੇ ਆ 2 ਜਿਹੜੇ ਸਬ ਅਟੋਮਿਕ ਪਾਰਟੀਕਲ ਨੇ ਇਹਨਾਂ ਦੇ ਉੱਤੇ ਇੱਕ ਖੋਜ ਕੀਤੀ। ਉਹਨੇ ਕਿਹਾ ਕਿ ਜੇ 2 ਐਵੇਂ ਦੇ ਹਿਡਨ ਵੇਰੀਏਬਲ ਦੂਰ ਦੂਰ ਕਿਤੇ ਪਏ ਨੇ, ਸਾਨੂੰ ਪਤਾ ਵੀ ਨਹੀਂ ਹੈਗਾ, ਉਹਨਾਂ ਦੇ ਵਿੱਚ ਇੱਕ ਸਮਾਨਤਾ ਕਿਸੇ ਗੱਲ ਨੂੰ ਲੈ ਕੇ ਹੋ ਸਕਦੀ ਹੈ, ਪਰ ਉਹਨੇ ਇੱਕ ਲਿਮਿਟ ਲਾਤੀ ਵੀ ਇਦੋਂ ਜ਼ਿਆਦਾ ਨਹੀਂ ਹੋ ਸਕਦੀ, ਜਿਹਨੂੰ ਵੈੱਲ ਲਿਮਿਟ ਦੇ ਨਾਮ ਨਾਲ ਜਾਣਿਆ ਗਿਆ। ਅਤੇ ਵੈੱਲ ਦੀ ਇਨਇਕੁਐਲਿਟੀ ਕਹਿ ਦਿੱਤਾ ਗਿਆ ਵੀ ਇਸ ਸਰਟਨ ਲਿਮਿਟ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਇੱਕ ਰਿਲੇਸ਼ਨ ਨਹੀਂ ਹੋਊਗੀ, ਕੋਰਿਲੇਸ਼ਨ। ਵੀ ਜੇ ਮੈਂ ਕਹਾਂ ਕਿ ਇਹਦੇ ਥੱਪੜ ਮਾਰਿਆ ਤਾਂ ਇਹਨੂੰ ਬੁਖਾਰ ਚੜ੍ਹ ਜੂ, ਤਾਂ ਇਹਨੂੰ ਇੰਨਾ ਕੁ ਤਾਂ ਹੋ ਸਕਦਾ ਕਿ ਮਾੜਾ ਮੋਟਾ ਉਹਦੇ ਉੱਤੇ ਟੈਂਪਰੇਚਰ ਦਾ ਇਫੈਕਟ ਪਵੇ, ਪਰ ਇਹ ਨਹੀਂ ਹੈਗਾ ਵੀ ਇਹਨੂੰ ਵੀ ਬੁਖਾਰ ਚੜ੍ਹ ਜੂਗਾ, ਵੀ ਇੰਨੀ ਕੋਰਿਲੇਸ਼ਨ ਨਹੀਂ ਹੋ ਸਕਦੀ ਹੈਗੀ। ਪਰ ਇਹਨੇ ਜੌਨ ਕਲੌਜ਼ਰ ਨੇ ਇੱਕ ਐਕਸਪੈਰੀਮੈਂਟ ਕੀਤਾ ਜਿਹਦੇ ਨਾਲ ਇਹ ਵੈੱਲ ਦਾ ਜਿਹੜਾ ਦਿੱਤਾ ਹੋਇਆ ਆਈਡੀਆ ਸੀ ਇਹਨੂੰ ਕਲੀਅਰਲੀ ਵਾਇਲੇਟ ਕਰ ਗਿਆ। ਮਤਲਬ ਵੈੱਲ ਦੇ ਆਈਡੀਆ ਨੂੰ ਫੇਲ ਕਰਤਾ ਇਹਨੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਖੋਜ ਹੋ ਗਈ ਨਾ ਫਿਰ ਇਸ ਬੰਦੇ ਨੇ ਜਿਹੜੀ ਕੀਤੀ, ਠੀਕ ਹੈ। ਤਾਂ ਕੁੱਲ ਮਿਲਾ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕੁਆਂਟਮ ਐਂਟੈਂਗਲਮੈਂਟ ਕਿ ਕੁਆਂਟਮ ਐਂਟੈਂਗਲਮੈਂਟ ਦੇ ਉੱਤੇ ਕੰਮ ਕੀਤਾ ਇਹ ਸਾਇੰਟਿਸਟਸ ਨੇ, ਜਿਹੜੇ ਇਹ 3 ਸਾਇੰਟਿਸਟ ਸੀਗੇ ਇਸ ਫੀਲਡ ਦੇ ਵਿੱਚ। ਇਹਦੇ ਵਿੱਚ ਇਹ ਕੁਆਂਟਮ ਜਿਹੜੀ ਫਿਜ਼ਿਕਸ ਦਾ ਹਿੱਸਾ ਇਹ ਕਿਊਬਿਟਸ 'ਤੇ ਕੰਮ ਕਰਦਾ ਹੈ।
ਕਿਊਬਿਟਸ ਇੱਕ ਸ਼ਬਦ ਤੁਹਾਡੇ ਲਈ ਨਵਾਂ ਹੋ ਸਕਦਾ। ਬਿਟਸ ਦਾ ਮਤਲਬ ਕੀ ਹੁੰਦਾ? ਬਿਟਸ ਦਾ ਮਤਲਬ ਹੁੰਦਾ ਜਾਂ ਚੀਜ਼ 0 ਹੋਊਗੀ ਜਾਂ 1 ਹੋਊਗੀ, ਪਰ ਕਿਊਬਿਟਸ ਜਿਹੜੀ ਵੈਲਿਊ ਹੁੰਦੀ ਉਹ 0 ਦੇ ਵਿੱਚ 1 ਦੇ ਵਿੱਚ ਵੀ ਕਿਤੇ ਹੋ ਸਕਦੀ ਹੈ ਵੈਲਿਊ, ਇਹਨੂੰ ਅਸੀਂ ਕਿਊਬਿਟਸ ਬੋਲਦੇ ਹਾਂ। ਤਾਂ ਇਹਦੇ 'ਤੇ ਕੁਆਂਟਮ ਫਿਜ਼ਿਕਸ ਕੰਮ ਕਰਦੀ ਹੈ। ਕੁਆਂਟਮ ਫਿਜ਼ਿਕਸ ਦੇ ਫਾਇਦੇ ਕੀ ਨੇ? ਤੁਸੀਂ ਜਿਹੜਾ ਕਮਿਊਨੀਕੇਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੰਚਾਰ ਇਹਦੇ ਨਾਲ ਕੁਆਂਟਮ ਫਿਜ਼ਿਕਸ ਨਾਲ ਕਰ ਸਕਦੇ ਹੋ। ਉਸ ਚੀਜ਼ ਦੀ ਕ੍ਰਿਪਟੋਗ੍ਰਾਫੀ ਬਹੁਤ ਤਕੜੀ ਹੁੰਦੀ ਹੈ। ਕ੍ਰਿਪਟੋਗ੍ਰਾਫੀ ਮਤਲਬ ਉਹ ਸਿਕਿਉਰ ਹੈ, ਉਹਦੇ ਵਿੱਚੋਂ ਡਾਟਾ ਕੱਢਿਆ ਨਹੀਂ ਜਾ ਸਕਦਾ। ਤਾਂ ਇਸ ਚੀਜ਼ ਦੇ ਉੱਤੇ ਬਹੁਤ ਰਿਸਰਚ ਚੱਲ ਰਹੀ ਹੈ ਕੁਆਂਟਮ ਫਿਜ਼ਿਕਸ ਦੇ ਵਿੱਚ, ਜਿਹੜੀ ਇਹ ਕੁਆਂਟਮ ਥਿਊਰੀ ਦੇ ਉੱਤੇ ਬੇਸਿਕਲੀ। ਤਾਂ ਇਹਦੇ 'ਚ ਹੀ ਇਹਨਾਂ ਦਾ ਕੰਮ ਸੀ, ਜਿਸ ਕਰਕੇ ਇੰਨਾ ਧਾਮ-ਧਾਮ ਹੋਣ ਦੇ ਬਾਵਜੂਦ ਇਹਨਾਂ ਨੂੰ ਐਡਾ ਪ੍ਰਾਈਜ਼ ਮਿਲਿਆ। ਅੱਗੇ ਆ ਗਿਆ ਕੈਮਿਸਟਰੀ ਫੀਲਡ ਦੇ ਵਿੱਚ। ਕੈਮਿਸਟਰੀ ਫੀਲਡ ਦੇ ਵਿੱਚ 2 ਜਾਂ 3 ਜਿਹੜੇ ਬੰਦੇ ਹੈਗੇ ਨੇ, ਇੱਕ ਹੈਗਾ ਕੈਰੋਲਿਨ ਆਰ ਬਰਟੋਜੀ, ਇੱਕ ਹੈਗਾ ਮਾਰਟਿਨ ਮੈਲਡਲ, ਇੱਕ ਹੈਗਾ ਕੇ ਬੈਰੀ ਸ਼ਾਰਪਲੈਸ। ਆਹ ਬੰਦੇ ਦਾ ਨਾਮ ਮੈਂ ਕਿਹਾ ਸੀ ਜਿਹਨੂੰ ਦੂਜੀ ਵਾਰ ਮਿਲਿਆ ਇਹ, ਠੀਕ ਹੈ, ਤਾਂ ਇਹਦਾ ਨਾਮ ਯਾਦ ਰੱਖੋ। ਸ਼ਾਰਪਲੈਸ ਤੋਂ ਤਾਂ ਨਾਮ ਯਾਦ ਰਹਿ ਹੀ ਜਾਊਗਾ, ਤਾਂ ਨਾਮ ਨੋਟ ਕਰ ਲਓ, ਕੈਰੋਲਿਨ ਆਰ ਬਰਟੋਜੀ, ਮਾਰਟਿਨ ਮੈਲਡਲ। ਇਹਨਾਂ ਨੇ ਕਲਿੱਕ ਕੈਮਿਸਟਰੀ ਅਤੇ ਬਾਇਓ ਆਰਥੋਗਨਲ ਕੈਮਿਸਟਰੀ 'ਚ ਕੰਮ ਕੀਤਾ ਹੈ। ਕਿਹੜੇ? ਕਲਿੱਕ ਕੈਮਿਸਟਰੀ ਅਤੇ ਬਾਇਓ ਆਰਥੋਗਨਲ ਕੈਮਿਸਟਰੀ। ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਲਿੱਕ ਕੈਮਿਸਟਰੀ ਦਾ ਮਤਲਬ ਕੀ ਹੁੰਦਾ? ਮੋਟਾ ਮੋਟਾ ਤੁਹਾਨੂੰ ਮੈਂ ਫਰਕ ਦੱਸਾਂ। ਜਿਵੇਂ ਹੁਣ ਇੱਕ ਆ ਐਕਸ ਹੈ, ਇੱਕ ਆ ਵਾਈ ਹੈ, ਦੋਨਾਂ ਨੂੰ ਰੈਕਟ ਕਰਾਤਾ। ਰੈਕਟ ਕਰਾਉਣ ਤੋਂ ਬਾਅਦ ਇੱਕ ਨਵੀਂ ਚੀਜ਼ ਬਣ ਗਈ, ਆਹ ਤੀਜੀ ਜ਼ੈਡ ਬਣ ਗਿਆ। ਨਾਲ ਕੁਛ ਨਾ ਕੁਛ ਵੇਸਟ ਵੀ ਨਿਕਲੂ, ਵੇਸਟ ਵੀ ਤਾਂ ਨਿਕਲੂਗਾ ਹੀ ਜਦੋਂ ਰਿਐਕਸ਼ਨ ਹੋਊਗੀ ਦੋ ਚੀਜ਼ਾਂ ਦੀ। ਕਲਿੱਕ ਕੈਮਿਸਟਰੀ ਦਾ ਮਤਲਬ ਹੁੰਦਾ ਜਿਹੜਾ ਆਹ ਵੇਸਟ ਨਿਕਲੇ ਇਹ ਘੱਟ ਤੋਂ ਘੱਟ ਨਿਕਲੇ, ਘੱਟ ਤੋਂ ਘੱਟ ਨਿਕਲੇ। ਅਤੇ ਅਗਲੀ ਗੱਲ, ਇਹ ਬਹੁਤਾ ਹਾਨੀਕਾਰਕ ਨਾ ਹੋਵੇ। ਇਹ ਨਾ ਹੋਵੇ ਕਿ ਸਾਡੇ ਇਨਵਾਇਰਮੈਂਟ ਨੂੰ ਪੋਲਿਊਟ ਕਰ ਰਿਹਾ ਹੋਵੇ, ਇਨਵਾਇਰਮੈਂਟ ਨੂੰ ਦੂਸ਼ਿਤ ਕਰ ਰਿਹਾ ਹੋਵੇ, ਸਾਡੇ ਵਾਤਾਵਰਨ ਨੂੰ। ਜੇ ਇਹ ਚੀਜ਼ ਸਹੀ ਸਾਬਿਤ ਹੋ ਪਾ ਰਹੀ ਹੈ, ਇਹਨੂੰ ਅਸੀਂ ਕਲਿੱਕ ਕੈਮਿਸਟਰੀ ਬੋਲ ਦਿੰਦੇ ਹਾਂ। ਸਮਝ ਗਏ? ਤਾਂ ਇਸ ਫੀਲਡ ਦੇ ਵਿੱਚ ਕਲਿੱਕ ਕੈਮਿਸਟਰੀ ਦੇ ਵਿੱਚ ਦਿੱਤਾ ਗਿਆ, ਇੱਥੇ ਡੈਫੀਨੇਸ਼ਨ ਲਿਖੀ ਹੋਊਗੀ, ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਜਿੱਥੇ ਅਨਵਾਂਟਡ ਬਾਇਓ ਪ੍ਰੋਡਕਟਸ ਨੂੰ ਅਵੋਇਡ ਕੀਤਾ ਜਾਂਦਾ, ਵੀ ਉਹ ਤੋਂ ਬਚਿਆ ਜਾਵੇ, ਅਨਵਾਂਟਡ ਨਾ ਨਿਕਲਣ। ਮੋਲੀਕੂਲਰ ਇੰਨੀ ਚੰਗੀ ਤਰੀਕੇ ਨਾਲ ਇੱਕ ਦੂਜੇ ਨਾਲ ਜੁੜਨ, ਚੀਜ਼ ਬਣੇ। ਹੁਣ ਸਭ ਤੋਂ ਮੇਨ ਗੱਲ ਤਾਂ ਇਹ ਹੋ ਗਈ ਨਾ, ਫਿਰ ਇਹਦਾ ਇਸਤੇਮਾਲ ਕਿੱਥੇ ਹੋਊਗਾ, ਹੈ ਨਾ। ਖੋਜਾਂ ਖੂਜਾਂ ਤਾਂ ਚਲੋ ਹੋ ਗਈਆਂ, ਮੇਨ ਪੇਪਰ ਦਾ ਸਵਾਲ ਐਪਲੀਕੇਸ਼ਨਾਂ ਬੇਸਡ ਪੁੱਛਦਾ ਵੀ ਐਪਲੀਕੇਸ਼ਨ ਕੀ ਹੈ ਇਹਦੀ, ਉਹ ਦੱਸੋ ਸਾਨੂੰ। ਬਈ ਫਾਰਮਾਸਿਊਟੀਕਲ ਏਜੰਸੀ ਜਿੱਥੇ ਦਵਾਈਆਂ ਬਣਦੀਆਂ ਨੇ, ਉੱਥੇ ਦਾ ਸਭ ਤੋਂ ਵੱਡਾ ਫਾਇਦਾ ਕਹਿੰਦੇ, ਠੀਕ ਹੈ, ਉੱਥੇ ਇਹਦਾ ਇੱਕ ਫਾਇਦਾ। ਇਹ ਜਿਹੜਾ ਮੈਲਾਡਲ ਸੀ, ਇਹਨੇ ਇੱਕ ਕੈਮੀਕਲ ਸਟਰਕਚਰ ਬਣਾਈ ਹੈ ਜਿਹਨੂੰ ਟਰਾਇਆਜ਼ੋਲਸ ਬੋਲਿਆ ਜਾਂਦਾ। ਬਸ ਸ਼ਬਦ ਯਾਦ ਰੱਖਿਓ, ਟਰਾਇਓਜ਼ੋਲਸ। ਐਵੇਂ ਸਟੇਟਮੈਂਟ PPSC 'ਚ ਬਣ ਸਕਦੀ ਹੈ ਕਿ ਜਿਹੜਾ ਕੈਮਿਸਟਰੀ ਦਾ ਇਸ ਵਾਰ ਇਹ ਮਿਲਿਆ, ਉਹਨੇ ਇੱਕ ਨਵੀਂ ਸਟਰਕਚਰ ਬਣਾਈ ਆ, ਜਾਂ ਉਹਦਾ ਨਾਂ ਦੱਸੋ। ਜਾਂ ਲਾਈਨ ਸਿੱਧੀ ਪਾ ਦੇਣਗੇ ਕਿ ਟਰਾਇਆਜ਼ੋਲ ਨਾਮ ਦੀ ਸਟਰਕਚਰ ਬਣਾਈ ਆ ਉਹਨੇ। ਉਹਦਾ ਇਸਤੇਮਾਲ ਕਿੱਥੇ ਹੁੰਦਾ ਉਸ ਸਟਰਕਚਰ ਦਾ? ਉਹੀ ਤੁਸੀਂ ਫਾਰਮਾਸਿਊਟੀਕਲ, ਡਾਈਆਂ, ਐਗਰੀਕਲਚਰ ਦੇ ਵਿੱਚ ਕੈਮੀਕਲ ਬਣਾਉਣੇ ਨੇ ਵੱਖਰੇ ਵੱਖਰੇ, ਇਹ ਸਾਰੇ ਬਣਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਨੇ, ਠੀਕ ਹੈ। ਤਾਂ ਇਹ ਇਹਦੀਆਂ ਐਪਲੀਕੇਸ਼ਨ ਫੀਲਡ ਹੋ ਗਿਆ ਵੀ ਕਿੱਥੇ ਕਿੱਥੇ ਵਰਤਿਆ ਜਾ ਸਕਦਾ। ਬਾਇਓ ਆਰਥੋਗਨਲ ਕੈਮਿਸਟਰੀ ਦੇ ਫੀਲਡ ਦੇ ਵਿੱਚ ਇਹਨੇ ਕੀ ਕਰਤਾ, ਇਹਨੇ ਆਹੀ ਕਲਿੱਕ ਕੈਮਿਸਟਰੀ ਨੂੰ ਹਿਊਮਨਸ ਦੇ ਉੱਤੇ ਲਾਤਾ, ਠੀਕ ਹੈ। ਹੁਣ ਤੱਕ ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਵੀ 2 ਕੰਪਾਊਂਡ ਸੀ, ਉਹਨਾਂ ਨੂੰ ਮਿਕਸ ਕਰਕੇ ਬਾਇਓ ਪ੍ਰੋਡਕਟ ਘੱਟ ਤੋਂ ਘੱਟ ਨਿਕਲੇ, ਜਿਹੜਾ ਵੇਸਟੇਜ ਹੈ। ਪਰ ਜਦੋਂ ਆਹੀ ਕਲਿੱਕ ਕੈਮਿਸਟਰੀ ਨੂੰ ਹੀ ਅਸੀਂ ਨਵੀਂ ਡਿਮੈਂਸ਼ਨ ਦੇ ਦਈਏ, ਲਿਵਿੰਗ ਆਰਗੇਨਿਜ਼ਮਸ ਦੇ ਉੱਤੇ ਲਾਗੂ ਕਰ ਦਈਏ, ਤਾਂ ਫਿਰ ਵੀ ਸਾਡੀ ਬੋਡੀ 'ਚ ਇਹੋ ਜਿਹੀਆਂ ਰਿਐਕਸ਼ਨਾਂ ਹੋਣ ਕਿ ਬਾਇਓ ਪ੍ਰੋਡਕਟ ਨਾ ਨਿਕਲੇ, ਕਲਿੱਕ ਕੈਮਿਸਟਰੀ ਹੋ ਜੇ। ਤਾਂ ਉਹ ਚੀਜ਼ 'ਤੇ ਕੰਮ ਕੀਤਾ ਤੀਜੇ ਨੇ, ਜਿਹੜਾ ਇਹ ਕੈਰੋਲਿਨ ਬਰਟੋਜੀ ਹੈ, ਠੀਕ ਹੈ। ਤਾਂ ਆਹ ਬਾਇਓ ਆਰਥੋਗਨਲ ਕੈਮਿਸਟਰੀ ਅਤੇ ਕਲਿੱਕ ਕੈਮਿਸਟਰੀ 2 ਸ਼ਬਦ ਯਾਦ ਰੱਖਿਓ, ਅਤੇ ਤੀਜਾ ਸ਼ਬਦ ਯਾਦ ਰੱਖਣਾ ਟਰਾਇਓਜ਼ੋਲਸ। ਤਾਂ ਇਹ ਇੰਪੋਰਟੈਂਟ ਹੈ। ਅੱਗੇ ਆ ਜਾਓ। ਅਗਲਾ ਵੀ ਜਿਹੜਾ ਆਉਂਦਾ ਸਾਡੇ ਕੋਲੇ, ਠੀਕ ਆ, ਇੱਥੇ ਲਿਖਿਆ ਹੋਇਆ, ਇਹਦੇ ਬਾਰੇ ਤੁਸੀਂ ਮਾੜਾ ਮੋਟਾ ਪੜ੍ਹ ਸਕਦੇ ਹੋ। ਅਗਲਾ ਹੈਗਾ ਲਿਟਰੇਚਰ। ਲਿਟਰੇਚਰ ਸਾਹਿਤ ਦੇ ਵਿੱਚ ਜਿਹਨੂੰ ਮਿਲਿਆ ਉਹਦਾ ਨਾਮ ਹੈਗਾ ਐਨੀ ਇਰਨਾਕਸ। ਐਨੀ ਇਰਨਾਕਸ ਇੱਕ ਫਰਾਂਸ ਦੀ ਨੋਵਲਿਸਟ ਹੈ, ਫਰਾਂਸ ਦੀ ਨਾਵਲਕਾਰ ਹੈ। ਇਹਦਾ ਸਭ ਤੋਂ ਮਸ਼ਹੂਰ ਕੰਮ ਸੀਗਾ ਦ ਈਅਰਸ। 2019 ਦੇ ਵਿੱਚ ਇਹਨੇ ਦ ਈਅਰਸ ਲਿਖਿਆ ਸੀ। ਉਹ ਦ ਈਅਰਸ ਨਾਵਲ ਇਹਦਾ ਮੈਨ ਬੁੱਕਰ ਇੰਟਰਨੈਸ਼ਨਲ ਪ੍ਰਾਈਜ਼ ਜਿੱਤਿਆ ਸੀਗਾ। ਤਾਂ ਇਹ ਪੁੱਛਿਆ ਜਾ ਸਕਦਾ ਕਿ ਦ ਈਅਰ ਕਿਹਦਾ ਸੀ, ਕਿਉਂਕਿ ਵੈਸੇ ਇਹ ਨਿਊਜ਼ 'ਚ ਆ ਜਦੋਂ ਇਹਨੂੰ ਨੋਬਲ ਮਿਲਿਆ, ਤਾਂ ਇੱਥੋਂ ਵੀ ਘੁਮਾ ਸਕਦੇ ਨੇ ਸਵਾਲ, ਪਤਾ ਰਵੇ। ਇਹਦੀ ਇੱਕ ਨਾ, ਜਦੋਂ ਅਬੋਰਸ਼ਨ ਰਾਈਟਸ ਨੂੰ ਲੈ ਕੇ USA ਦੇ ਵਿੱਚ ਰੌਲਾ ਪੈ ਰਿਹਾ ਸੀ, ਇੱਕ ਕਾਨੂੰਨ ਪਾਸ ਹੋਣ ਨੂੰ ਲੈ ਕੇ ਕਿ ਅਬੋਰਸ਼ਨ ਦੇ ਰਾਈਟਸ ਨੂੰ ਲੈ ਕੇ, ਉਹਨਾਂ ਟਾਈਮਾਂ ਦੇ ਵਿੱਚ ਇਹਨੇ ਨਾ ਇੱਕ ਉਹ ਲਿਖਿਆ ਸੀਗਾ, ਇੱਕ ਕਿਤਾਬ ਨਿਊਜ਼ 'ਚ ਆ ਗਈ ਸੀ। ਲਿਖੀ ਤਾਂ ਇਹਨੇ ਕਿਤਾਬ ਬਹੁਤ ਪਹਿਲਾਂ ਸੀ, ਠੀਕ ਹੈ। ਇਹਨੇ ਆਪਦੀ ਇਲੀਗਲ ਅਬੋਰਸ਼ਨ ਬਾਰੇ ਉਸ ਕਿਤਾਬ ਦੇ ਵਿੱਚ ਲਿਖਿਆ ਸੀਗਾ, ਅਤੇ ਹੈਪਨਿੰਗ ਉਸ ਕਿਤਾਬ ਦਾ ਨਾਮ ਸੀਗਾ, ਠੀਕ ਹੈ। ਤਾਂ ਹੈਪਨਿੰਗ 2001 ਹੈਜ਼ ਬੀਨ ਇਨ ਲਾਈਮਲਾਈਟ ਬਿਕੋਜ਼ ਅਬੋਰਸ਼ਨ ਰਾਈਟਸ ਵਰ ਕਰਟੇਲਡ ਇਨ USA ਦੇ ਵਿੱਚ ਕੋਈ ਅਬੋਰਸ਼ਨ ਰਾਈਟਸ ਨੂੰ ਲੈ ਕੇ ਕੁਛ ਰੌਲਾ ਪਿਆ ਸੀ।
ਉਦੋਂ ਫਿਰ ਇਹਦੀ ਆਹ ਕਿਤਾਬ ਹਾਈਲਾਈਟ ਹੋ ਗਈ ਸੀ ਪੂਰੀ, ਹੈਪਨਿੰਗ। ਤਾਂ ਇਹ ਵੀ ਇੱਕ ਕਾਰਨ ਸੀ ਵੀ ਇਹਦੇ ਜਿੱਤਣ ਦਾ, ਠੀਕ ਹੈ। ਤਾਂ ਇਹ ਵੀ ਹੈਪਨਿੰਗ ਕਿਤਾਬ ਕਿਹਦੀ ਹੈ, ਮਤਲਬ ਤੁਹਾਨੂੰ ਯਾਦ ਰਵੇ, ਇਲੀਗਲ ਅਬੋਰਸ਼ਨ ਦੇ ਉੱਤੇ ਹੈ, ਕਿ ਇਲੀਗਲ ਅਬੋਰਸ਼ਨ ਜਿਹਦਾ ਲਾਈਫ 'ਚ ਹੋਇਆ ਉਸ ਚੀਜ਼ ਦੇ ਉੱਤੇ ਇਹਨੇ ਲਿਖਿਆ ਹੋਇਆ ਪੂਰਾ। ਤਾਂ ਇਹ ਇੰਪੋਰਟੈਂਟ, ਦਾ ਈਅਰਸ ਅਤੇ ਹੈਪਨਿੰਗ, ਇਹ ਕਿਤਾਬਾਂ ਤੁਹਾਨੂੰ ਯਾਦ ਰਹਿਣ। ਇਹ ਤੋਂ ਇਲਾਵਾ ਕੁਛ ਹੋਰ ਇਹਦੀਆਂ ਕਿਤਾਬਾਂ ਨੇ, ਜਿਵੇਂ ਕਲੀਨਡ ਆਊਟ, ਸ਼ੇਮ, ਹੈਪਨਿੰਗ ਦੇਖ ਲਈ ਆਪਾਂ ਨੇ, ਗੈਟਿੰਗ ਲੋਸਟ, ਦਾ ਈਅਰਸ ਮੋਸਟ ਇੰਪੋਰਟੈਂਟ ਕਿਤਾਬ ਹੈ ਕਿਉਂਕਿ ਇਹਨੇ ਮੈਨ ਬੁੱਕਰ ਇੰਟਰਨੈਸ਼ਨਲ ਪ੍ਰਾਈਜ਼ ਜਿੱਤਿਆ, ਅ ਗਰਲਜ਼ ਸਟੋਰੀ। ਤਾਂ ਕੁਛ ਕਿਤਾਬਾਂ ਨੇ ਜਿਹੜੀਆਂ ਇਸ ਔਥਰ ਨਾਲ ਸੰਬੰਧਿਤ ਨੇ। ਸ਼ਾਂਤੀ ਨੂੰ ਲੈ ਕੇ ਗੱਲ ਕਰ ਲਈਏ ਤਾਂ ਜਿਹੜਾ 2022 ਦਾ ਸ਼ਾਂਤੀ ਆ ਉਹ 3 ਬੰਦਿਆਂ ਨੂੰ ਦਿੱਤਾ ਗਿਆ। ਇੱਕ ਤਾਂ ਬੇਲਾਰੂਸ, ਤੁਸੀਂ ਜਾਣਦੇ ਹੋ ਹੈ ਨਾ, ਰਸ਼ੀਆ ਵਾਲੇ ਦਾ ਆੜੀ ਹੈ ਬੇਲਾਰੂਸ ਵਾਲਾ ਜਿਹੜਾ ਰਾਸ਼ਟਰਪਤੀ ਹੈ, ਬਹੁਤ ਹੀ ਜ਼ਿਆਦਾ ਅੜਬ ਬੰਦਾ। ਅੜਬ ਇਨ ਦਾ ਸੈਂਸ ਮਤਲਬ ਆਟੋਕਰੇਟ ਹੈ, ਮਤਲਬ ਅਬਦਿਊ ਚੱਲਣ ਦਿੰਦਾ, ਕਿਸੇ ਦੇ ਨਹੀਂ ਚੱਲਣ ਦਿੰਦਾ। ਇਹਦੇ ਖਿਲਾਫ ਇੱਕ ਐਕਟਿਵਿਸਟ ਹੈ ਜਿਹਨੇ ਆਵਾਜ਼ ਚੱਕੀ ਸੀ, ਜੇਲ੍ਹ ਵੀ ਗਿਆ, ਉਹਦਾ ਨਾਮ ਸੀਗਾ ਐਲਿਸ ਬਿਆਲਿਆਤਸਕੀ, ਠੀਕ ਹੈ, ਬਿਆਲਿਆਤਸਕੀ। ਇਹਦੀ ਇੱਕ ਔਰਗਨਾਈਜੇਸ਼ਨ ਵੀ, ਇਹਨੇ ਸੰਸਥਾ ਵੀ ਬਣਾਈ ਹੋਈ ਸੀ ਜਿਹਦਾ ਨਾਮ ਸੀ ਬਿਆਸਨਾ ਦੀ ਸੰਸਥਾ ਦਾ ਨਾਮ ਸੀ। ਬਾਅਦ 'ਚ ਤਾਂ ਅਮਰੀਕਾ ਮੂਰਕਾ ਭੱਜ ਗਿਆ ਸੀਗਾ, ਬੜਾ ਕੁਛ ਇਹਦਾ ਰੌਲਾ ਰਿਹਾ। ਤਾਂ ਇਹਨੇ ਇਹਦੇ ਖਿਲਾਫ ਆਵਾਜ਼ ਚੱਕੀ ਸੀ, ਇਹਦੀਆਂ ਤਸ਼ੱਦਦਾਂ ਦੇ ਖਿਲਾਫ, ਇਸ ਕਰਕੇ ਇਹਨੂੰ ਸ਼ਾਂਤੀ ਪ੍ਰਾਈਜ਼ ਦਿੱਤਾ ਗਿਆ। ਫਿਰ ਮੈਮੋਰੀਅਲ ਨਾਮ ਦੀ ਇੱਕ ਰਸ਼ੀਆ ਦੀ ਆਰਗਨਾਈਜੇਸ਼ਨ ਆ, ਰੂਸ ਦੇ ਵਿੱਚ ਸੰਸਥਾ ਹੈ, ਇਹਨੂੰ ਵੀ ਦਿੱਤਾ ਗਿਆ। ਦਾ ਸੈਂਟਰ ਫॉर ਸਿਵਲ ਲਿਬਰਟੀਜ਼, ਇਹ ਵੀ ਇੱਕ ਸੰਸਥਾ ਹੈ, ਦਾ ਸੈਂਟਰ ਫॉर ਸਿਵਲ ਲਿਬਰਟੀਜ਼, ਇਹ ਯੂਕਰੇਨ ਦੇ ਵਿੱਚ ਹੈ। ਤਾਂ ਆਹ 3 ਨੇ, ਠੀਕ ਹੈ। ਮੈਮੋਰੀਅਲ ਸੰਸਥਾ ਜਿਹੜੀ ਰਸ਼ੀਆ ਦੀ ਹੈ, ਸੈਂਟਰ ਫॉर ਸਿਵਲ ਲਿਬਰਟੀਜ਼ ਇਹ ਯੂਕਰੇਨ ਦਾ ਹੈ, ਅਤੇ ਆਹ ਬੰਦਾ ਕਿੱਥੋਂ ਦਾ, ਇਹ ਬੰਦਾ ਹੈਗਾ ਜੀ ਤੁਹਾਡਾ ਬੇਲਾਰੂਸ ਦਾ, ਜਿਹਨੇ ਬੇਲਾਰੂਸ ਦੇ ਰਾਸ਼ਟਰਪਤੀ ਦੇ ਖਿਲਾਫ ਆਵਾਜ਼ ਚੱਕੀ। ਤਾਂ 3 ਨੂੰ ਬੇਸਿਕਲੀ ਮਿਲਿਆ। ਤਾਂ ਇਹ ਹੋ ਗਿਆ ਜੀ ਸ਼ਾਂਤੀ ਵਾਲਾ। ਰਾਸ਼ਟਰ 'ਚ ਹੁਣ ਜਾਂਦੇ ਜਾਂਦੇ ਅਰਥ ਸ਼ਾਸਤਰ ਵਾਲਾ ਵੀ ਦੇਖ ਲੈਂਦੇ ਹਾਂ। ਅਰਥ ਸ਼ਾਸਤਰ ਵਾਲਾ ਤੁਹਾਨੂੰ ਪਤਾ ਕਿ ਦਿੰਦਾ ਉੱਥੋਂ ਦਾ ਬੈਂਕ, ਤਾਂ ਉਹਨੇ 3 ਬੰਦਿਆਂ ਨੂੰ ਦਿੱਤਾ, ਬੈਨ ਐਸ ਬਰਨਾਨਕੇ, ਡੌਜਲਸ ਡਬਲਿਊ ਡਾਇਮੰਡ ਅਤੇ ਫਿਲਿਪ ਐਚ ਡੇਵਿਗ। ਇਹ ਬੰਦਿਆਂ ਨੇ ਬੇਸਿਕਲੀ ਕਿਹਦੇ 'ਤੇ ਕੰਮ ਕੀਤਾ, ਇਹ ਬੰਦਿਆਂ ਦਾ ਜਿਹੜੀ ਰਿਸਰਚ ਸੀ ਨਾ, ਉਹ ਰਿਸਰਚ ਬੇਸਿਕਲੀ ਕਿਸ ਫੀਲਡ 'ਤੇ ਆ, ਕਿ ਇਹਨਾਂ ਨੇ ਵੀ ਜਿਹੜਾ ਰਿਸਕ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਦਾ, ਜਿਹੜਾ ਡਿਵੈਲਪ ਹੋ ਰਿਹਾ ਆਉਣ ਵਾਲੇ ਟਾਈਮ 'ਤੇ, ਕਿਉਂਕਿ ਜਦੋਂ ਰਿਸੈਸ਼ਨ ਦੇ ਟਾਈਮ ਦੇ ਵਿੱਚ ਨਾ ਇਹਨਾਂ ਦੀ ਖੋਜ ਚੰਗੀ ਸੀ, ਇਹਨਾਂ ਨੇ ਪਹਿਲਾਂ ਹੀ ਪ੍ਰੋਡਿਕਟ ਕਰਕੇ ਦਿੱਤਾ ਸੀ ਵੀ ਯਾਰ ਰਿਸੈਸ਼ਨ ਆਉਣ ਵਾਲੀ ਹੈ, ਹੁਣ ਤੁਸੀਂ ਆਹ ਉਪਰਾਲੇ ਕਰੋ, ਇਹਦੇ ਨਾਲ ਰਿਸੈਸ਼ਨ ਥੋੜ੍ਹਾ ਬਹੁਤਾ ਲੌਂਗ ਟਰਮ ਇਫੈਕਟ ਇਹਦਾ ਘਟਾਇਆ ਜਾ ਸਕਦਾ, ਵੀ ਸੁਸਾਇਟੀ 'ਤੇ ਘੱਟ ਅਸਰ ਪਊਗਾ। ਤਾਂ ਮੇਨ ਨਹੀਂ ਕਹਿਣ ਦਾ ਕੀ ਮਤਲਬ ਹੋ ਗਿਆ ਕਿ ਰਿਸੈਸ਼ਨ ਦੇ ਰਿਸਕ ਨੂੰ ਰਿਡਿਊਸ ਕਰਨ ਦੇ ਉੱਤੇ ਇਹਨਾਂ ਦੀ ਪੂਰੀ ਖੋਜ ਸੀਗੀ, ਉਹਦੇ ਉੱਤੇ ਇਹਨਾਂ ਨੇ ਆਪਦੇ ਆਈਡੀਆਜ਼ ਦਿੱਤੇ ਕਿ ਆਹ ਚੀਜ਼ਾਂ ਨਾਲ ਕਰਕੇ ਇਹ ਚੀਜ਼ ਕਰੀ ਜਾ ਸਕਦੀ ਹੈ, ਠੀਕ ਹੈ। ਔਨ ਦਾ ਬੇਸਿਸ ਫਾਈਨੈਂਸ਼ੀਅਲ ਕ੍ਰਾਈਸਿਸ, ਬੈਂਕਾਂ ਦੇ ਉੱਤੇ ਅਤੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਉੱਤੇ ਖੋਜ ਸੀ ਵੀ ਇਹਨੂੰ ਕਿਵੇਂ ਘਟਾਇਆ ਜਾ ਸਕਦਾ ਰਿਸੈਸ਼ਨ ਦੇ ਦੌਰ ਦੇ ਵਿੱਚ, ਤਾਂ ਇਸ ਚੀਜ਼ ਦੇ ਉੱਤੇ ਕੰਮ ਸੀ। ਤਾਂ ਸਮਝ ਗਏ। ਤਾਂ ਮੈਨੂੰ ਲੱਗਦਾ ਇੱਥੇ ਆਪਣਾ ਕੰਪਲੀਟ ਹੁੰਦਾ ਲੈਕਚਰ। ਸੋ ਤੁਹਾਡੇ ਲਈ ਇੰਪੋਰਟੈਂਟ ਕੀ ਹੈ, 3-4 ਚੀਜ਼ਾਂ ਨੋਟ ਕਰਨੀਆਂ ਨੇ। ਨੋਬਲ ਪ੍ਰਾਈਜ਼ ਦੇ ਫੈਕਟ ਸਾਰੇ ਨੋਟ ਕਰ ਲਓ, ਸ਼ੁਰੂ ਵਾਲੇ ਜਿਹੜੇ ਪਹਿਲੇ 10 ਮਿੰਟ ਦਾ ਲੈਕਚਰ ਸੀਗਾ, 15 ਮਿੰਟ ਦਾ ਜਾਂ 20 ਦਾ ਵੀ ਹੋ ਸਕਦਾ। ਫਿਰ ਸਾਰਿਆਂ ਦੇ ਨੇਮ ਪਤਾ ਹੋਣ ਜਿਨ੍ਹਾਂ ਨੂੰ ਇਸ ਵਾਰ ਮਿਲਿਆ, ਪਲੱਸ ਇਹ ਵੀ ਪਤਾ ਹੋਵੇ ਵੀ ਉਹਨਾਂ ਨੇ ਖੋਜ ਕੀ ਕੀਤੀ ਹੈ, ਕਿਉਂਕਿ ਹੁਣ ਪੇਪਰਾਂ ਦਾ ਲੈਵਲ ਇੱਥੇ ਤੱਕ ਪਹੁੰਚ ਗਿਆ। ਮੈਂ ਨਹੀਂ ਕਹਿੰਦਾ ਕਿ ਇਹਦੀ ਡਾਕਟਰੇਟ ਹੋ ਜੇ, ਵੀ ਤੁਸੀਂ ਐਨ ਇੱਕ ਪੁਆਇੰਟ ਕਲੀਅਰ ਹੋਵੇ, ਪਰ ਜਿਹੜੇ ਵਿੱਚ ਮੇਨ, ਜਿਵੇਂ ਕਲਿੱਕ ਕੈਮਿਸਟਰੀ ਕੀ ਚੀਜ਼ ਹੈ, ਠੀਕ ਹੈ, ਇਹੋ ਜਿਹੀਆਂ ਚੀਜ਼ਾਂ ਦਾ ਤੁਹਾਨੂੰ, ਆਰਥੋ ਕੈਮਿਸਟਰੀ ਕੀ ਚੀਜ਼ ਹੈ, ਇਹੋ ਜਿਹੀਆਂ ਚੀਜ਼ਾਂ ਦਾ ਪਤਾ ਲੱਗਣ ਨਾ, ਤਾਂ ਲੈਕਚਰ ਸੁਣ ਕੇ ਇੰਨਾ ਕੁ ਤਾਂ ਪਤਾ ਲੱਗਿਆ ਹੋਊਗਾ। ਅਤੇ ਜਿਹੜੀਆਂ ਟਰਮਸ ਆਈਆਂ ਨੇ ਉਹਨਾਂ 'ਤੇ ਖਾਸ ਧਿਆਨ ਦਿੱਤਾ ਰਹੇ। ਨਹੀਂ ਵੀ ਪਤਾ, ਉੱਥੇ ਪੇਪਰ ਦੇ ਵਿੱਚ 4 ਆਪਸ਼ਨਾਂ ਪਈਆਂ ਹੋਣਗੀਆਂ, ਕਲਿੱਕ ਕੈਮਿਸਟਰੀ ਦੇਖ ਕੇ ਝੱਟ ਪਛਾਣ ਤਾਂ ਜਾਓਗੇ ਵੀ ਆਹੀ ਖੋਜ ਤਾਂ ਕੀਤੀਆਂ ਬੰਦਿਆਂ ਨੇ ਜਿੱਤੇ ਜਿੱਤਿਆ, ਹੈ ਨਾ। ਤਾਂ ਇਹ ਚੀਜ਼ਾਂ ਨੇ। ਸੋ ਆਪਣੀ ਡਿਸਕਸ਼ਨ ਇਸ ਲੈਕਚਰ ਦੀ ਇੰਨੀ ਆ। ਸੋ ਇਹ ਲੈਕਚਰ ਆਪਣਾ ਕਰੰਟ ਅਫੇਅਰ 'ਚ ਕੰਸੀਡਰ ਕਰ ਲਓ, ਸਟੈਟਿਕ 'ਚ ਕੰਸੀਡਰ ਕਰ ਲਓ, ਕਿਤੇ ਲਾ ਲਓ। ਪਰ ਤੁਹਾਡਾ ਚਾਹੇ ਤੁਸੀਂ ਕਾਂਸਟੇਬਲ ਦਾ ਪੇਪਰ ਦੇਣਾ ਹੈ, ਚਾਹੇ SI ਦਾ ਪੇਪਰ ਦੇਣਾ, ਚਾਹੇ ਤੁਸੀਂ ਕਿਸੇ PPSC ਦੇ ਪੇਪਰ ਨੂੰ ਟਾਰਗੇਟ ਕਰਨ ਜਾ ਰਹੇ ਹੋ, ਤਾਂ ਸਾਰੇ ਪੇਪਰਾਂ ਲਈ ਇੰਪੋਰਟੈਂਟ ਰਹੂਗਾ। ਸੋ ਆਪਣੀ ਡਿਸਕਸ਼ਨ ਇੰਨੀ ਸੀ। ਥੈਂਕ ਯੂ, ਤੁਸੀਂ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।